ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ? ਉਹਦੇ ਮਾਪੇ ਦਰ ਠੋਕਰਾਂ ਖਾਣ ਨੂੰ ਮਜਬੂਰ ਹੈ। ਸਿੱਧੂ ਮੂਸੇਵਾਲੇ ਦੇ ਮਾਪੇ ਕਹਿੰਦੇ ਆ ਕਿ ਸਾਨੂੰ ਇਨਸਾਫ ਜੇ ਕੋਈ ਦਊਗਾ ਤਾਂ ਉਹ ਜਾਂਚ ਏਜੰਸੀਆਂ ਦੇ ਸਕਦੀਆਂ ਜੇ ਸੁਧਿਰਤਾ ਨਾਲ ਇਸ ਪੂਰੇ ਮਾਮਲੇ ਦੀ ਛਾਣਬੀਨ ਜਾਂਚ ਕੀਤੀ ਜਾਵੇ। ਇਸ ਸਭ ਦੇ ਵਿਚਾਲੇ ਸਿਆਸਤ ਆਪਦੀ ਪਈ ਹੈ। ਸਿੱਧੂ ਮੂਸੇਵਾਲੇ ਦਾ ਪਰਿਵਾਰ ਜਾਂ ਸਿੱਧਾ ਕਹਿ ਲਓ ਕਿ ਉਹਨਾਂ ਦੇ ਮਾਪਿਓ ਉਹ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਉੱਥੇ ਉਹਨਾਂ ਨੇ ਧਰਨਾ ਲਾਇਆ। फिर उस धरने दे विच कांग्रेस दे जिहड़े आगू ने उन्होंने शमूलियत की। उस तो बाद कैबिनेट मंत्री कुलदीप सिंह धालीवाल उत्थे एक सुनेहा लैके आए तो उन्होंने गलबात हुई है। तो इस गलबात के विचाले बहुत सारे सवाल उठे है। सदन तक भी ये मामला पूरा गूंजिया। तो इस सवालों के विचाले सिद्धू मूसेवाले के परिवार ने मांग की है कि CBI जांच होनी चाहिए है। जे इत्थों दी जांच एजेंसियां जां पंजाब पुलिस आ उन्हां दे हत्थ खड़े हो रहे हैं। इहो जिहे सवाल उठ रहे हैं तो असीं इक्को ही पुछ रहे हैं, मूसेवाले दे मापियां दी कौन सुन रहा है? मापे की कह रहे हैं तो सियासतदान की कह रहे हैं, पहले सुन लीए। विश्व पद्धर दे उत्ते लोकां दे विच रोस है, सारे भारत वर्ष दे विच रोस है, पर साडी गवर्नमेंट क्यों नहीं साडी गल सुन रही? इस गल बिल्कुल होनी चाहिए जी, बिल्कुल होनी चाहिए। जो हाले तक तो होया ही कुछ नहीं है। केवल जिहड़े शूटर इनवॉल्व भी शुरू दे विच जिहड़े पहले ਉਹੀ ਬੰਦੇ ਫੜੇ ਹੋਏ ਨੇ ਅੰਦਰ, ਉਹਨਾਂ ਚੋਂ ਵੀ ਕਿਸੇ ਨੂੰ ਹੁਣ ਮਾਰਿਆ ਜਾ ਰਿਹਾ, ਕਿਸੇ ਨੂੰ ਕੱਟ ਉਹ ਗਵਾਹੀਆਂ ਵੀ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਦੇਖੋ ਜੀ, ਜੇ ਪੰਜਾਬ ਦੇ ਹੱਥ ਖੜੇ ਨੇ ਤਾਂ ਬਿਲਕੁਲ CBI ਨੂੰ ਜਾਂਚ ਕਰਨੀ ਚਾਹੀਦੀ ਇਸ ਗੱਲ ਦੀ ਮੁਕੰਮਲ, ਔਰ ਟਾਈਮ ਬਾਉਂਡ ਦੇ ਵਿੱਚ ਕਰਨੀ ਚਾਹੀਦੀ ਹੈ। ਇਹ ਥੋੜੀ ਹੈ ਵੀ ਹੁਣ ਮੈਨੂੰ 11 ਮਹੀਨੇ ਤਾਂ ਹੋ ਗਏ, ਮੇਰਾ ਹਾਲ ਤੱਕ ਚਲਾਨ ਪੇਸ਼ ਨਹੀਂ ਹੋਇਆ। ਹੁਣ 2-2.5 ਸਾਲ CBI ਲਾ ਦੇ, ਉਦੋਂ ਤਾਂ ਅਸੀਂ ਚੱਲ ਬਸਾਂਗੇ ਬਾਈ। ਅਸੀਂ ਦੋਨੋਂ ਤੰਦਰੁਸਤੀ ਹਾਰਟ ਪੇਸ਼ੈਂਟ ਹੋ ਚੁੱਕੇ ਹਾਂ ਦੋਨੇ। ਬਾਹਰ ਬੈਠੇ ਬੰਦੇ ਉਹਨਾਂ ਦੀ ਵੀ ਇਹੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਕਾਨੂੰਨੀ ਪ੍ਰਕਿਰਿਆ। ਇੱਕ ਬਹੁਤ ਵੱਡਾ ਸੈਂਟਰ ਦੇ ਨਾਲ ਗੱਲ ਕਰਕੇ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਨੀ ਪੈਂਦੀ ਆ। ਉਹਦੀ ਗੱਲ ਕੀਤੀ ਆ, ਉਹ ਚੱਲ ਰਿਹਾ। ਜਿੱਦਣ ਕਲੀਅਰੈਂਸ ਹੋ ਗਈ, ਜਿਹੜੇ ਬੰਦੇ ਬਾਹਰ ਬੈਠੇ ਆ ਉਹ ਵੀ ਇਹ ਕੇਸ ਦੇ ਵਿੱਚ ਲੈ ਕੇ ਆਉ। ਨਹੀਂ, ਕੋਈ ਲੋੜ ਨਹੀਂ CBI ਦੀ। ਕਿਉਂ? ਸਾਡੀਆਂ ਆਪਣੀਆਂ ਏਜੰਸੀਆਂ ਬਹੁਤ ਕਾਮਯਾਬ ਨੇ। ਸਾਡੀ ਪੁਲਿਸ ਨੇ 29 ਬੰਦੇ ਫੜਿਆ, ਸਾਡੀ ਪੁਲਿਸ ਨੇ 2 ਬੰਦਿਆਂ ਦਾ ਐਨਕਾਊਂਟਰ ਕੀਤਾ। ਇਸ ਕਰਕੇ ਸਾਡੀ ਹੀ ਪੁਲਿਸ ਬਾਕੀ ਰਹਿੰਦੇ ਜਿਹੜੇ ਬੰਦੇ ਉਹਨਾਂ ਨੂੰ ਫੜ ਕੇ ਲੈ ਕੇ ਆਓ। ਸਾਡੇ ਸੁਰਗਵਾਸੀ ਨੌਜਵਾਨ ਵੀਰ ਸਿੱਧੂ ਮੂਸੇਵਾਲਾ ਜੀ, ਉਹਨਾਂ ਦੇ ਪੇਰੈਂਟਸ ਅੱਜ ਇਹ ਵੇਖਦੇ ਹੋਏ ਕਿ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। 6 ਮਹੀਨੇ ਤੋਂ ਲਗਾਤਾਰ 8 ਮਹੀਨਿਆਂ ਤੋਂ ਪਿਛਲੇ ਮਈ ਤੋਂ ਜਦੋਂ ਦੀ ਡੈਥ ਹੋਈ ਹੈ, ਕੋਈ ਉਹਨਾਂ ਨੂੰ ਜਸਟਿਸ ਨਹੀਂ ਮਿਲੀ। ਅੱਜ ਜਸਟਿਸ ਲੈਣ ਵਾਸਤੇ ਉਹ ਵਿਧਾਨ ਸਭਾ ਦੇ ਗੇਟ ਤੇ ਬਾਹਰ ਆ ਗਏ, ਸਮੁੱਚੇ ਪੰਜਾਬ ਨੂੰ ਅਪੀਲ ਕਰਨ ਵਾਸਤੇ ਕਿ ਸਾਨੂੰ ਜਸਟਿਸ ਦਵਾਈ ਜਾਏ। ਹਰ ਰੋਜ਼ ਧਮਕੀਆਂ ਜਿਹੜੀਆਂ ਨੇ ਇਹਨਾਂ ਦੇ ਫਾਦਰ ਨੂੰ, ਇਸ ਪਰਿਵਾਰ ਨੂੰ ਆ ਰਹੀਆਂ ਨੇ। ਸੋ ਆਪਣੀ ਇਹ ਅੰਨੀ ਬੋਲੀ ਤੇ ਗੁੰਗੀ ਸਰਕਾਰ ਦੇ असली मुजरिम ने अज भी वो बाहर ने, लेकिन ये सरकार उन्होंने ये मंग क्यों नहीं मन रही? क्या सरकार ऐसे तत्वों को बचाना चाहती है जिन्होंने मूसेवाला का कतल किया? वैसे तो इसकी कारगुजारी देखी सरकार की 1 साल की, ਤੇ ਇਹਦੇ ਤੋਂ ਨਿਆਂ ਦੀ ਉਮੀਦ ਖੋ ਚੁੱਕੀ ਹੈ ਜਨਤਾ। ਔਰ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਇਸ ਸਰਕਾਰ ਦੇ ਖਿਲਾਫ ਸੜਕਾਂ ਤੇ ਉਤਰਨਾ ਪਏਗਾ। बड़ा सवाल ਜਿਹੜਾ ਅਸੀਂ ਪੁੱਛ ਰਹੇ, बड़ा सवाल ਅਸੀਂ ਪੁੱਛਾਂਗੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਜਾਂਚ ਏਜੰਸੀਆਂ ਤੇ ਸਿਆਸਤ ਨੇ ਹੁਣ ਤੱਕ ਕੀ ਕੀਤਾ। ਜਿਹੜਾ ਪੈਨਲ ਸਾਡੇ ਨਾਲ ਹੈ ਉਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ। ਸ਼ਸ਼ੀਕਾਂਤ ਸਾਬਕਾ DGP ਨੇ ਤੇ ਸ਼ਸ਼ੀਕਾਂਤ ਹੋਰਾਂ ਨੂੰ ਕੇਂਦਰੀ ਏਜੰਸੀਆਂ ਬਾਰੇ ਵੀ ਚੰਗੀ ਤਰ੍ਹਾਂ ਪਤਾ ਤੇ ਇਹ ਜੇਲ੍ਹਾਂ ਦੇ DGP ਵੀ ਰਹੇ ਆ ਪੰਜਾਬ ਵਿੱਚ। ਇਹਨਾਂ ਨੂੰ ਜੇਲ੍ਹਾਂ ਤੋਂ ਜਿਹੜਾ ਸਾਰੇ ਨੈਕਸਸ ਚੱਲਦੇ ਆ ਉਹਦੇ ਬਾਰੇ ਵੀ ਪਤਾ, ਇਸ ਕਰਕੇ ਸ਼ਸ਼ੀਕਾਂਤ ਹੋਰਾਂ ਨੂੰ ਸੱਦਿਆ ਸਾਬਕਾ DGP ਨੇ। ਸ਼ਸ਼ੀਕਾਂਤ ਜੀ, ਤੁਹਾਡਾ ਬਹੁਤ ਸਵਾਗਤ ਹੈ ਸਰ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪਰਮਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਹੈ, ਪਰਮਵੀਰ ਤੁਹਾਡਾ ਬਹੁਤ ਸਵਾਗਤ ਹੈ। ਦਿਵਾਨੰਦ ਅਰੋੜਾ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ, ਦਿਵਾਨੰਦ ਅਰੋੜਾ ਜੀ ਤੁਹਾਡਾ ਬਹੁਤ ਸਵਾਗਤ ਹੈ। ਸ਼ਸ਼ੀਕਾਂਤ ਜੀ, ਸਭ ਤੋਂ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਸ਼ਸ਼ੀਕਾਂਤ ਜੀ, ਸਰਕਾਰ ਕਹਿੰਦੀ ਹੈ ਕਿ ਪੁਲਿਸ ਨੇ 29 ਬੰਦੇ ਫੜੇ ਆ, 2 ਦਾ ਐਨਕਾਊਂਟਰ ਕੀਤਾ ਤੇ CBI ਜਾਂਚ ਦੀ ਜ਼ਰੂਰਤ ਨਹੀਂ ਹੈ। ਸਾਡੀਆਂ ਏਜੰਸੀਆਂ ਇਸ ਸਾਰੀ ਜਾਂਚ ਨੂੰ ਉਸ ਅੰਜਾਮ ਤੱਕ ਲਿਜਾਉਣ ਦੇ ਲਈ ਪਰਫੈਕਟ ਨੇ। ਸ਼ਸ਼ੀਕਾਂਤ ਜੀ, ਤੁਹਾਡਾ ਟੇਕ ਸਰ। ਦੇਖੋ, ਜਿਹੜਾ ਇਸ਼ੂ ਹੈਗਾ ਇੰਨਾ ਆਸਾਨ ਨਹੀਂ ਹੈਗਾ।
ਪਿਛਲੇ ਦਿਨਾਂ 'ਚ ਦੇਖੋ ਨੂੰ ਪਤਾ ਹੈਗਾ ਹੈ ਕਿ ਜਿੰਨੇ ਬੰਦੇ ਫੜੇ ਹੋਏ ਹੈਗੇ ਨੇ, ਚਾਹੇ ਭਗਵਾਨਪੁਰੀਆ ਦੇ ਗੈਂਗ ਦੇ ਹੋਣ ਜਾਂ ਲਾਰੈਂਸ ਬਿਸ਼ਨੋਈ ਦੇ ਹੋਣ, ਇਹਨਾਂ ਦੇ ਤਾਰ ਕਿਤੇ ਨਾ ਕਿਤੇ ਤੇ ਜੁੜੇ ਹੈਗੇ ਨੇ। ਤੁਹਾਨੂੰ ਪਤਾ ਹੈ ਕੁਝ ਬੰਦੇ ਫੜੇ ਗਏ ਹਰਿਆਣਿਓਂ, ਉਹਦੇ ਬਾਅਦ ਕੁਝ ਮਹਾਰਾਸ਼ਟਰ, ਕੁਝ ਹੋਰ ਥਾਵਾਂ ਤੋਂ ਫੜੇ ਗਏ ਹੈਗੇ ਨੇ। ਤੇ ਜਦੋਂ ਇਹਨਾਂ ਦੇ ਮੇਨ ਬੰਦੇ ਜਿਹੜੇ ਹੈਗੇ ਨੇ, ਮੇਨ ਬੰਦਿਆਂ ਦਾ ਮਤਲਬ ਹੈਗਾ ਹੈ ਕਿ ਲਾਰੈਂਸ ਬਿਸ਼ਨੋਈ ਹੋ ਗਿਆ, ਫੜਿਆ ਹੈਗਾ, ਤੇ ਉਹਨਾਂ ਦੇ ਜਿਹੜੇ ਗੁਰਗੇ ਹੈਗੇ ਨੇ ਉਹਨਾਂ ਨੂੰ ਮਿਰਚਾਂ ਤੇ ਲੱਗਦੀਆਂ ਹੈਗੀਆਂ ਨੇ। ਤੇ ਇਸ ਕਰਕੇ ਲਗਾਤਾਰ ਇਹ ਧਮਕੀਆਂ ਇਹਨਾਂ ਨੂੰ ਆ ਰਹੀਆਂ ਹੈਗੀਆਂ ਨੇ। ਜਦੋਂ ਇਹਨਾਂ ਦੇ ਪਰ ਜਿਹੜੇ ਹੈਗੇ ਨੇ ਪੂਰੇ ਮੁਲਕ 'ਚ ਫੈਲੇ ਹੈਗੇ ਨੇ, ਵਿਦੇਸ਼ਾਂ 'ਚ ਫੈਲੇ ਹੈਗੇ ਨੇ, ਤਾਂ ਮੈਨੂੰ ਜਾਪਦਾ ਹੈਗਾ ਕਿ ਸ਼ਾਇਦ ਤੁਸੀਂ ਇਨਵੈਸਟੀਗੇਸ਼ਨ ਸੀਬੀਆਈ ਨੂੰ ਨਾ ਦਿਓ, ਕੁਝ ਨਾ ਦਿਓ, ਪਰ ਸਾਰੀ ਏਜੰਸੀਜ਼ ਨੂੰ ਇਨਵੋਲਵ ਕਰਨਾ ਪਏਗਾ। ਦੂਜੀ ਸਟੇਟਾਂ ਜਿਹੜੇ ਹੈਗੇ ਨੇ ਉਹਨਾਂ ਜਿੱਥੇ ਜਿਹਨਾਂ ਦੇ ਗੁਰਗੇ ਫੈਲੇ ਹੋਏ ਸਾਰੇ ਗ੍ਰਿਫਤਾਰ ਕਰਨੇ ਪੈਣਗੇ, ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਥੋੜੀ ਸ਼ਾਂਤੀ ਮਿਲ ਸਕਦੀ ਹੈਗੀ ਹੈ, ਵਰਨਾ ਕੰਮ ਜਿਹੜਾ ਹੈਗਾ ਫ੍ਰੈਂਕਲੀ ਔਖਾ ਹੀ ਹੈਗਾ। ਥੈਂਕ ਯੂ। ਸ਼ਸ਼ੀਕਾਂਤ ਜੀ, ਮੈਨੂੰ ਇੱਕ ਚੀਜ਼ ਦੱਸੋ, ਸੀਬੀਆਈ ਜਾਂਚ ਦੀ ਜ਼ਰੂਰਤ ਨੂੰ ਤੁਸੀਂ ਨਕਾਰ ਰਹੇ ਹੋ? ਸ਼ਸ਼ੀਕਾਂਤ ਜੀ, ਸੀਬੀਆਈ ਦੀ ਜਾਂਚ ਨੂੰ ਮੈਂ ਨਕਾਰ ਰਿਹਾ ਹੈਗਾ ਫ੍ਰੈਂਕਲੀ ਯੈਸ, ਪਰ ਇੱਕ ਮੈਂ ਚਾਹਨਾ ਹੈਗਾ ਕੋਆਰਡੀਨੇਸ਼ਨ ਕਮੇਟੀ ਬਣੇ ਜਿਹਦੇ ਵਿੱਚ ਪੰਜਾਬ ਦੇ ਡੀਜੀਪੀ ਜਿਹੜੇ ਹੈਗੇ ਦੂਜੀ ਸਟੇਟਾਂ ਦੇ ਨਾਲ ਗੱਲ ਕਰ ਸਕਦੇ ਹੈਗੇ ਨੇ ਕਿ ਸੀਬੀਆਈ ਦੇ ਵਿੱਚ ਕੋਈ ਗੱਲ ਆਉਂਦੀ ਹੈ, ਫਿਰ ਇਨਵੈਸਟੀਗੇਸ਼ਨ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦਾ ਹੈਗਾ। ਇੱਥੋਂ ਜਿੱਥੋਂ ਇਨਵੈਸਟੀਗੇਸ਼ਨ ਚੱਲ ਰਿਹਾ ਉੱਥੋਂ ਸੂਤਰ ਫੜ ਕੇ ਅੱਗੇ ਨਹੀਂ ਕਰਦੇ ਹੈਗੇ ਨੇ। ਇਟ ਸਟਾਰਟਸ ਅਪ ਐਨ ਇਸ਼ੂ, ਤੇ ਉਹਦੇ ਜਦੋਂ ਇੰਨਾ ਵਾਰ ਨਿਕਲ ਗਏ ਹੈਗੇ ਨੇ, ਰੱਬ ਜਾਣੇ ਕਿੰਨੇ ਵਾਰੇ ਹੋਰ ਨਿਕਲਣਗੇ। ਤੇ ਸ਼ਾਰਟਕਟ ਸਾਰਿਆਂ ਦਾ ਫੀਜ਼ੀਬਲ ਕੱਟ ਇਹ ਹੈਗਾ ਕਿ ਪੰਜਾਬ ਦੇ ਡੀਜੀਪੀ ਦੂਜੀ ਸਟੇਟਾਂ ਦੇ ਨਾਲ ਗੱਲ ਕੇ ਇੱਕ ਆਪਣੀ ਕੋਆਰਡੀਨੇਸ਼ਨ ਕਮੇਟੀ ਵੀ ਬੁਲਾਉਣ, ਤੇ ਉਹਦੇ ਬਾਅਦ ਇਨ ਬੰਦਿਆਂ ਨੂੰ ਫੜ ਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਨ। ਥੈਂਕ ਯੂ। ਠੀਕ ਹੈ। ਅਹਿਬਾਬ ਸਿੰਘ ਗਰੇਵਾਲ, ਸਾਬਕਾ ਡੀਜੀਪੀ ਨੇ ਸ਼ਸ਼ੀਕਾਂਤ, ਮੈਨੂੰ ਲੱਗਦਾ ਤੁਸੀਂ ਇਹਨਾਂ ਦੀ ਟਿੱਪਣੀ ਤੇ ਬਹੁਤ ਗੌਰ ਫਰਮਾਓਗੇ, ਤੁਹਾਡੀ ਸਰਕਾਰ ਨੂੰ ਵੀ ਗੌਰ ਫਰਮਾਉਣਾ ਚਾਹੀਦਾ। ਗਰੇਵਾਲ ਸਾਹਿਬ, ਇਹ ਕਹਿੰਦੇ ਕੋਆਰਡੀਨੇਸ਼ਨ ਕਮੇਟੀ ਤਾਂ ਜ਼ਰੂਰ ਬਣਾ ਦੇਣੀ ਚਾਹੀਦੀ ਤੁਹਾਨੂੰ, ਕਿਉਂਕਿ ਉਹਨਾਂ ਦੇ ਪਰਿਵਾਰ ਤੱਕ ਤੁਸੀਂ ਸੁਨੇਹਾ ਤਾਂ ਦਿਓ ਨਾ ਭਾਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਹਿਬਾਬ ਸਿੰਘ ਗਰੇਵਾਲ। केपी जी, मैं शशिकांत सर नाल बिल्कुल सहमत हाँ, मैं एक्सैप्ट करता एंड मैं आश्वासन दिना कि जिन्ने जोगा हैगा मैं सजेशन जरूर पहुंचता करूंगा। एंड सर ने बिल्कुल सही कहा, क्योंकि ये राक्षस हुण सारे देश च फैल चुका है। ਇਹਨੂੰ ਬੰਦ ਕਰਨ ਲਈ ਇਹ ਕੱਲਾ ਇੱਕ ਕਤਲ ਦੀ ਗੱਲ ਨਹੀਂ, ਬਹੁਤ ਮੰਦਭਾਗਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ। ਜਿਹੜੇ ਮਾਂ-ਪਿਓ ਦਾ ਬੱਚਾ ਗਿਆ ਹੁੰਦਾ, ਉਹਨਾਂ ਦੇ ਦਿਲ ਨੂੰ ਪਤਾ ਹੁੰਦੀ ਉਹਨਾਂ ਤੇ ਕੀ ਬੀਤਰੀ ਹੁੰਦੀ ਹੈ। ਫਿਜ਼ੀਕਲੀ ਜਿਹੜੇ ਲੋਕ ਇਨਵੋਲਵ ਸੀਗੇ ਉਹ ਪ੍ਰੈਕਟੀਕਲੀ ਸਾਰੇ ਫੜੇ ਜਾ ਚੁੱਕੇ, ਜਿਹੜੇ ਦੇਸ਼ ਤੋਂ ਬਾਹਰ ਨੇ ਉਹ ਪ੍ਰਕਿਰਿਆ ਚੱਲ ਰਹੀ। ਪਹਿਲੀ ਗੱਲ। ਦੂਜੀ ਗੱਲ, ਮੈਂ ਸੁਣ ਰਿਹਾ ਸੀ ਬਾਕੀ ਏਜੰਟ ਪਾਰਟੀਆਂ ਦੇ ਆਗੂਆਂ ਨੂੰ, ਜੇ ਉਹਨਾਂ ਨੂੰ ਕੋਈ ਜਾਣਕਾਰੀ ਹੈ ਉਹ ਨਾਮ ਲੈ ਦੇਣ। ਜੇ ਬੀਜੇਪੀ ਨੂੰ ਜਾਂ ਕਾਂਗਰਸ ਨੂੰ ਪਤਾ ਹੈ ਕਿ ਹੋਰ ਕਿਹੜੇ ਬੰਦੇ ਇਹਦੇ ਸਰ ਮੈਂ ਉਹਨਾਂ ਪੋਲੀਟੀਕਲ ਪਾਰਟੀਆਂ ਕੋਲੇ ਚਲਾ ਜਾਊਂਗਾ ਗਰੇਵਾਲ ਸਾਹਿਬ, ਮੈਂ ਉਹਨਾਂ ਕੋਲ ਜਾਊਂਗਾ। ਮੈਨੂੰ ਪਹਿਲਾਂ ਥੋੜਾ ਜਿਹਾ ਆਪਦੀ ਪਾਰਟੀ ਦਾ ਸਟੈਂਡ ਸਾਫ਼ ਕਰ ਦਿਓ ਗਰੇਵਾਲ ਸਾਹਿਬ। ਤੁਸੀਂ ਕਿਹਾ ਕੋਆਰਡੀਨੇਸ਼ਨ ਕਮੇਟੀ ਦੀ ਗੱਲ ਤੁਸੀਂ ਲੈ ਕੇ ਜਾਓਗੇ, ਸ਼ਸ਼ੀਕਾਂਤ ਹਰਾਂ ਨੇ ਜਿਹੜੀ ਐਡਵਾਈਸ ਦਿੱਤੀ ਹੈ। ਗਰੇਵਾਲ ਸਾਹਿਬ, ਜਿਹੜੇ ਜੇਲ੍ਹ ਵਿੱਚ ਮਰਡਰ ਹੋਏ ਆ ਉਹਦੇ ਬਾਰੇ ਆਪੋਜੀਸ਼ਨ ਸਿੱਧਾ ਇਲਜ਼ਾਮ ਲਾ ਰਹੀ ਹੈ ਕਿ ਫਰੈਂਡਲੀ ਹੋ ਰਿਹਾ ਸਭ ਕੁਝ, ਉਹਦਾ ਜਵਾਬ ਦੇ ਸਕਦੇ ਹੋ ਤੁਸੀਂ ਗਰੇਵਾਲ ਸਾਹਿਬ? मैं छोटी जी इतने दो कॉन्ट्रडिक्टरी गल्लां ने, बड़े अफसोस नाल मैनूं कहना पै रहा कि विजिलेंसी जस्टिस जिहड़ा है ਉਹ शायद सरदार बरकौर सिंह जी ने भी एक बारी किया ਸੀ कि ਇੰਨੇ ਕਰੋੜ मेरे ਲੈ ਲਓ ਜੀ ਇਹਨੂੰ ਮਾਰ ਦਿਓ। ਤੇ ਇਹ ਬੜੀ ਮੰਦਭਾਗੀ ਗੱਲ ਹੈ ਕਿ ਜੇਲ੍ਹ 'ਚ ਹੋਇਆ, ਬਟ ਇਹ ਸੱਚਾਈ ਹੈ ਸਰ, ਇਹ ਸੱਚਾਈ ਹੈ। ਐਂਡ ਇਹ ਸੱਚਾਈ ਹੈ ਕਿ ਆਪਣੀ ਜੇਲ੍ਹਾਂ 'ਚ ਹਰ ਤਰ੍ਹਾਂ ਦਾ ਕਮੀ ਕਮਜ਼ੋਰੀ ਹੈ ਐਂਡ ਗੈਂਗਸ ਇਦਾਂ ਇਨਵੋਲਵ ਹੁੰਦੀਆਂ ਨੇ। ਬਟ ਆਈ ਅਸ਼ੋਰ ਯੂ ਕਿ ਬਿਨਾਂ ਕਿਸੇ ਪੱਖਪਾਤ ਤੋਂ, ਬਿਨਾਂ ਕਿਸੇ ਚੀਜ਼ ਤੋਂ ਜੇਲ੍ਹਾਂ 'ਚ ਵੀ ਸਖਤਾਈ ਹੋ ਰਹੀ ਹੈ। ਜੇਲ੍ਹਾਂ 'ਚ ਵੀ ਜਿਸ ਤਰ੍ਹਾਂ ਦੇ ਵੀ ਕੰਮ ਕਰਨ ਦੀ ਲੋੜ ਹੁੰਦੀ ਹੈ ਹੋ ਰਹੀ ਹੈ। ਹਾਂ, ਇਹ ਦਿਸ ਇਜ਼ ਐਨ ਆਕਟੋਪਸ ਸਰ, ਇਹ 8-9 ਪੈਰ ਨੇ ਇਹਦੇ ਸਾਰੇ ਪਾਸੇ ਫੈਲਿਆ ਹੋਇਆ, ਇਹਨੂੰ ਇੱਕ ਇੱਕ ਕਰਕੇ ਕੱਟ ਰਹੀ ਹੈ। ਐਂਡ ਇਹ ਆਸ਼ਵਾਸਨ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਦਿੰਦੇ ਆ ਕਿ ਇਹਦੀ ਜੜ ਤੱਕ ਪਹੁੰਚ ਕੇ ਦਿਖਾਵਾਂਗੇ। ਮੈਂ ਐਕਸੈਪਟ ਕਰਦਾ ਸੱਚੀਕਾਂਤ ਸਰ ਦਾ ਸਜੈਸ਼ਨ, ਐਂਡ ਮੈਂ ਵਾਅਦਾ ਕਰਦਾ ਕਿ ਜਿੰਨੇ ਜੋਗਾ ਹੈ ਇਹਨੂੰ ਅੱਗੇ ਜ਼ਰੂਰ ਪਹੁੰਚਾਊਂਗਾ, ਕਿਉਂਕਿ ਇਹ ਜਿਹੜਾ ਮੈਨਸ ਹੈ ਐਡਾ ਵੱਡਾ ਹੋ ਚੁੱਕਾ ਹੈ। ਹੁਣ ਇੱਕ ਨੈਸ਼ਨਲ ਐਫਰਟ ਦੀ, ਕਲੈਕਟਿਵ ਐਫਰਟ ਦੀ ਲੋੜ ਹੈ ਇਹਨੂੰ ਖਤਮ ਕਰਨ ਲਈ, ਅਸੀਂ ਜ਼ਰੂਰ ਕਰਾਂਗੇ। ਚਲੋ ਮੈਂ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਆਊਂਗਾ ਵਾਪਸ ਤੇ ਬਾਕੀ ਮਹਿਮਾਨਾਂ ਕੋਲ ਜਾਵਾਂਗੇ। ਮੂਸੇਵਾਲੇ ਦੇ ਮਾਪਿਆਂ ਦੀ ਕੌਣ ਕਿੰਨੀ ਸੁਣ ਰਿਹਾ, ਸਾਡਾ ਸਵਾਲ ਇਹੀ ਵਾਪਸ ਆ ਰਿਹਾ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਜਿਹੜਾ ਸਵਾਲ ਅਸੀਂ ਪੁੱਛਨੇ ਆ, ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਜਾਂਚ ਏਜੰਸੀਆਂ ਤੇ ਸਿਆਸਤ ਨੇ ਹੁਣ ਤੱਕ ਕੀ ਕੀਤਾ? ਅਰਸ਼ਪ੍ਰੀਤ ਸਿੰਘ ਖੜਿਆਲ, ਸਾਬਕਾ ਡੀਜੀਪੀ ਆਪਣਾ ਡਿਬੇਟ 'ਚ ਬੈਠੇ ਆ, ਉਹ ਸਿੱਧੇ ਤੌਰ ਤੇ ਕਹਿ ਰਹੇ ਕਿ ਸੀਬੀਆਈ ਜਾਂਚ ਦੀ ਮੰਗ ਦੀ ਇੰਨੀ ਜ਼ਰੂਰਤ ਨਹੀਂ ਹੈ ਜਿੰਨੀ ਕੋਆਰਡੀਨੇਸ਼ਨ ਕਮੇਟੀ ਜ਼ਰੂਰਤ ਹੈਗੀ ਹੈ। ਖੜਿਆਲ ਸਾਹਿਬ, ਮੈਨੂੰ ਲੱਗਦਾ ਤੁਸੀਂ ਸ਼ਾਇਦ ਸ਼ਸ਼ੀਕਾਂਤ ਹਰਾਂ ਦੇ ਇਸ ਬਿਆਨ ਨਾਲ ਇਤਫਾਕ ਰੱਖੋਗੇ ਜਾਂ ਨਹੀਂ? ਦੇਖੋ,
ਜੋ ਸ਼ਸ਼ੀਕਾਂਤ ਸਾਹਿਬ ਕਹਿ ਰਹੇ ਨੇ ਉਹ ਉਹਨਾਂ ਦਾ ਓਪੀਨੀਅਨ ਹੈ ਤੇ ਡੈਮੋਕ੍ਰੇਸੀ ਦੀ ਖੂਬਸੂਰਤੀ ਇਹ ਹੈ ਕਿ ਸਾਰੇ ਆਪਦਾ ਓਪੀਨੀਅਨ ਰੱਖ ਸਕਦੇ ਆ ਤੇ ਓਪੀਨੀਅਨਸ ਦੇ ਵਿੱਚ ਡਿਫਰੈਂਸ ਵੀ ਹੋ ਸਕਦਾ ਹੈ। देयर इज नो प्रॉब्लम विद दैट। ਮੁੱਦਾ ਇਹ ਹੈ ਕਿ ਐਟ ਦੀ ਐਂਡ ਆਫ ਦ ਡੇ ਉਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। दैट इज व्हाट ਮੈਟਰਸ। ਹੁਣ ਪ੍ਰੋਬਲਮ ਇਹ ਹੈ ਕਿ ਸਰਕਾਰ ਕਹਿ ਰਹੀ ਹੈ ਵੀ ਜੀ ਤੁਹਾਨੂੰ ਤਾਂ ਲੋੜ ਹੀ ਨਹੀਂ ਜੀ ਸੀਬੀਆਈ ਦੀ, ਸਾਡੀ ਜਿਹੜੀ ਏਜੰਸੀ ਹੈ ਉਹ ਪੂਰਾ ਜ਼ੋਰ ਲਾ ਰਹੀ ਹੈ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ। ਜੇ ਸਰਕਾਰ ਕੋਸ਼ਿਸ਼ ਕਰ ਰਹੀ ਹੁੰਦੀ ਤਾਂ 11 ਮਹੀਨੇ ਹੋ ਗਏ ਹੁਣ ਤੱਕ ਸਾਰੇ ਚਲਾਨ ਵੀ ਪੇਸ਼ ਹੋ ਜਾਂਦੇ, ਸਾਰੇ ਮੁਲਜ਼ਮ ਵੀ ਫੜੇ ਜਾਂਦੇ ਤੇ ਸਰਕਾਰ ਨੂੰ ਇਹ ਐਮਬੈਰਸਮੈਂਟ ਨਾ ਚੱਲਣੀ ਪੈਂਦੀ। ਜਦੋਂ ਮੂਸੇਵਾਲੇ ਦੇ ਮਾਂ-ਬਾਪ ਜਾਂਦੇ ਆ ਨਾ ਵਿਧਾਨ ਸਭਾ ਦੇ ਬਾਹਰ ਬਹਿੰਦੇ ਆ, ਉਹਨਾਂ ਨੇ ਇਹ ਪਹਿਲੀ ਦਫਾ ਨਹੀਂ ਹੈ, ਇਹ ਤੋਂ ਪਹਿਲਾਂ ਕੈਂਡਲ ਲਾਈਟ ਮਾਰਚ ਵੀ ਕੱਢ ਕੇ ਦੇਖ ਲਈ, ਮੀਟਿੰਗਸ ਵੀ ਕਰਕੇ ਦੇਖ ਲਈਆਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ, ਉੱਥੇ ਧਰਨੇ ਵੀ ਦੇ ਕੇ ਦੇਖ ਲਏ, ਉਹਨਾਂ ਨੇ ਗੁਹਾਰ ਵੀ ਲਾ ਕੇ ਦੇਖ ਲਈ, ਸਾਰਾ ਕੁਝ ਕਰਕੇ ਦੇਖ ਲਿਆ, ਲੇਕਿਨ ਕਿਉਂਕਿ ਪੱਲੇ ਉਹਨਾਂ ਦੇ ਕੁਝ ਨਹੀਂ ਸਰਕਾਰ ਨੇ ਪਾਇਆ, ਅੱਜ ਮਜਬੂਰਨ ਉਹਨਾਂ ਨੂੰ ਇੱਕ ਵਾਰੀ ਫੇਰ ਆਪਦੇ ਪੁੱਤ ਦੇ ਇਨਸਾਫ ਮੰਗਣ ਲਈ ਉੱਥੇ ਵਿਧਾਨ ਸਭਾ ਦੇ ਬਾਹਰ ਆ ਕੇ ਬੈਠਣਾ ਪਿਆ। ਤੇ ਸਰਕਾਰ ਹਜੇ ਵੀ ਕਹਿ ਰਹੀ ਹੈ ਜੀ ਤੁਹਾਨੂੰ ਅਸੀਂ ਟਾਈਮ ਦਵਾਂਗੇ, ਤੁਸੀਂ ਸਾਡੇ ਨਾਲ ਮਿਲ ਲਿਓ। ਤੁਹਾਨੂੰ ਪਤਾ ਹੈ ਜਦੋਂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਆਲਰੇਡੀ ਤੁਹਾਨੂੰ ਦੱਸਿਆ ਹੋਇਆ ਹੈ ਕਿ 5 ਜਿਹੜੇ ਸਸਪੈਕਟਸ ਨੇ ਉਹਨਾਂ ਦੇ ਨਾਮ ਅਸੀਂ ਦੇਤੇ ਹੈ, ਉਹਨਾਂ ਨੂੰ ਫੜ ਕੇ ਅੰਦਰ ਦੋ। ਹੋ ਕੀ ਰਿਹਾ? ਫੜਨਾ ਤਾਂ ਦੂਰ ਦੀ ਗੱਲ ਹੈ, ਜਿਹੜੇ ਮੁਲਜ਼ਮ ਸੀਗੇ ਇੱਕ ਤਾਂ ਭੱਜ ਗਿਆ ਸੀਗਾ ਕਸਟਡੀ ਚ ਹੋਣ ਦੇ ਬਾਵਜੂਦ, ਫੇਰ ਫੜਨਾ ਪਿਆ। ਉਹ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਵੀ ਅਸੀਂ ਮੁਲਜ਼ਮ ਅਬਰੋਡ ਫੜ ਲਿਆ। ਫਿਰ ਜੇ ਫੜ ਲਿਆ ਤੇ ਫਿਰ ਉਹ ਤੋਂ ਬਾਅਦ ਕੋਈ ਸਪਸ਼ਟੀਕਰਨ ਕਿਉਂ ਨਹੀਂ ਆਇਆ, ਕੋਈ ਜਾਣਕਾਰੀ ਕਿਉਂ ਨਹੀਂ ਆਈ, ਕੋਈ ਐਕਸਟ੍ਰੈਡੀਸ਼ਨ ਦੀ ਗੱਲ ਕਿਉਂ ਨਹੀਂ ਚੱਲੀ, ਕੁਝ ਹੋ ਕਿਉਂ ਨਹੀਂ ਰਿਹਾ ਉਸ ਮਾਮਲੇ ਦੇ ਵਿੱਚ? ਫਿਰ ਸਭ ਤੋਂ ਜ਼ਰੂਰੀ ਪੁਆਇੰਟ ਉਹਨਾਂ ਨੇ ਬਲਕੌਰ ਜੀ ਨੇ ਅੱਜ ਵੀ ਇਹ ਗੱਲ ਕਹੀ ਹੈ ਮੂਸੇਵਾਲੇ ਦੇ ਫਾਦਰ ਨੇ ਕਿ ਜਿਹੜਾ ਬਲਤੇਜ ਪੰਨੂ ਹੈ ਸੀਐਮ ਸਾਹਿਬ ਦਾ ਮੀਡੀਆ ਐਡਵਾਈਜ਼ਰ, ਜਿਹਨੇ ਇਨਫੋਰਮੇਸ਼ਨ ਲੀਕ ਕੀਤੀ ਵੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ, ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ। 120 ਦੇ ਤਹਿਤ ਉਹਨੂੰ ਪਰਚੇ ਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਇਹਨਾਂ ਨੂੰ। ਆਮ ਆਦਮੀ ਪਾਰਟੀ ਦੱਸੇ ਇਹ ਕਰੂਗੀ ਇਹ ਚੀਜ਼ ਜਾਂ ਨਹੀਂ ਕਰੂਗੀ, ਇਹ ਡਿਬੇਟ ਦੇ ਵਿੱਚ ਇਹ ਚੀਜ਼ ਦਾ ਸਪਸ਼ਟੀਕਰਨ। ਖੜਿਆਲ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ, ਖੜਿਆਲ ਸਾਹਿਬ ਤੁਸੀਂ ਸੀਬੀਆਈ ਉਹਨਾਂ ਨੇ ਪੋਸਟ ਖੜਿਆਲ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ, ਸੀਬੀਆਈ ਦੀ ਇਨਕੁਆਇਰੀ ਤੇ ਤੁਸੀਂ ਸਟੈਂਡ ਕਰਦੇ ਹੋ ਹੋਣੀ ਚਾਹੀਦੀ ਹੈ? ਅਸੀਂ ਕਹਿੰਦੇ ਆ ਸੀਬੀਆਈ ਨਹੀਂ, ਜਿਹੜੀ ਕੋਈ ਵੀ ਬੋਡੀ ਹੈ ਜਿਹੜੀ ਸਾਨੂੰ ਜੇ ਬੀਜੇਪੀ ਦੱਸੇ ਕਿ ਅਸੀਂ ਟਾਈਮ ਬਾਉਂਡ ਫੈਸ਼ਨ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਾਵਾਂਗੇ ਤੇ ਮੇਕ ਸ਼ੋਰ ਕਰਾਵਾਂਗੇ ਕਿ ਜਸਟਿਸ ਹੋਵੇ, ਅਸੀਂ ਵਿਲ ਬੀ ਮੋਰ ਦੈਨ ਹੈਪੀ। ਅਸੀਂ ਤਾਂ ਇਨਸਾਫ ਭਾਲਦੇ ਆ, ਜਿਹੜੀ ਮਰਜ਼ੀ ਬੋਡੀ ਦੇ ਦੇ ਇਨਸਾਫ। ਲਾਸਟ ਪੁਆਇੰਟ ਹੈ ਕੇਪੀਟੀ, ਲਾਸਟ ਪੁਆਇੰਟ ਹੈ ਮੇਰਾ, ਸਿਰਫ ਇੰਨਾ ਕਹਿਣਾ ਹੈ ਕਿ ਜਦੋਂ ਬਲਕੌਰ ਜੀ ਨੇ ਨਾ ਅੱਜ ਪੋਸਟ ਵੀ ਦਿਖਾਈ ਬਲਤੇਜ ਪੰਨੂ ਦੀ, ਵੀ ਉਹਦੇ ਵਿੱਚ ਪੋਸਟ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਵੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ। ਹੁਣ ਆਪ ਤੋਂ ਇਹ ਸਵਾਲ ਲੈ ਲਿਓ ਵੀ ਉਹਦੇ ਖਿਲਾਫ ਐਕਸ਼ਨ ਲੈਣਗੇ ਨਹੀਂ ਲੈਣਗੇ। ਚਲ ਠੀਕ ਹੈ। ਪਰਮਵੀਰ ਸਿੰਘ ਤੁਹਾਡਾ ਇੱਕ ਸਟੈਂਡ ਵੱਖਰਾ ਰਿਹਾ ਜਦੋਂ ਸਿੱਧੂ ਮੂਸੇਵਾਲਾ ਪੋਲਿਟਿਕਸ ਵਿੱਚ ਉਤਰਿਆ ਸੀਗਾ ਤੇ ਮਰਡਰ ਤੋਂ ਬਾਅਦ ਤੁਸੀਂ ਆਪਣਾ ਸਟੈਂਡ ਵੀ ਬਦਲਿਆ। ਪਰਮਵੀਰ ਸਿੰਘ, ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਹੈਗਾ। ਪਰਮਵੀਰ ਸਿੰਘ, ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੀ ਹੈ? ਦੇਖੋ ਕੇਪੀ ਜੀ, ਦੇਖੋ ਪੋਲਿਟਿਕਸ ਨੂੰ ਅਗਰ ਅਸੀਂ ਇਸ ਮੁੱਦੇ ਤੋਂ ਪਿੱਛੇ ਰੱਖੀਏ ਤਾਂ ਦੇਖੋ ਸਿੱਧੂ ਮੂਸੇਵਾਲ ਨੋ ਡਾਊਟ ਪੰਜਾਬ ਦਾ ਪੁੱਤਰ ਸੀ ਔਰ ਪੰਜਾਬ ਦਾ ਨਾਮ ਉਹਨੇ ਰੌਸ਼ਨ ਕੀਤਾ ਸੀ। ਦੇਖੋ ਪੋਲਿਟਿਕਸ ਦੇ ਵਿੱਚ ਬਹੁਤ ਆਰੋਪ ਲੱਗਦੇ ਨੇ, ਇੱਕ ਦੂਜੇ ਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ, ਪਰ ਜਿਹੜੀ ਸੱਚਾਈ ਆ ਉਹਨੂੰ ਮੰਨ ਲੈਣਾ ਚਾਹੀਦਾ ਔਰ ਅਸੀਂ ਉਹਨੂੰ ਮੰਨਦੇ ਵੀ ਹਾਂ ਵੀ ਜੋ ਵੀ ਸਿੱਧੂ ਮੂਸੇਵਾਲ ਦਾ ਮਰਡਰ ਕੇਸ ਹੋਇਆ ਉਹ ਮੈਂ ਕਹਿੰਦਾ ਵੀ ਪੰਜਾਬ ਦੀ ਸਰਕਾਰ ਦੀ ਸ਼ੁਰੂਆਤ ਸੀ ਲਾਅ ਐਂਡ ਆਰਡਰ ਸਿਚੁਏਸ਼ਨ ਜਦੋਂ ਹੱਥੋਂ ਨਿਕਲੀ ਹੈ ਸਰਕਾਰ ਦੀ। ਔਰ ਤੁਸੀਂ ਮੈਂ ਇਸ ਗੱਲ ਨੂੰ ਹੋਰ ਅੱਗੇ ਲੈ ਜਾਂਦਾ, ਦੇਖੋ 26 ਮਈ ਨੂੰ 2022 ਨੂੰ ਸਿਕਿਉਰਿਟੀ ਵਿਡਰਾਅ ਹੁੰਦੀ ਹੈ ਔਰ ਉਸ ਤੋਂ ਬਾਅਦ ਸਿਕਿਉਰਿਟੀ ਲੀਕਸ ਹੁੰਦੀ ਹੈ। ਉਸ ਤੋਂ ਬਾਅਦ 2 ਜੂਨ ਨੂੰ ਹਾਈ ਕੋਰਟ ਇਹ ਕਹਿੰਦੀ ਹੈ ਵੀ ਜਿਹਨੇ ਸਿਕਿਉਰਿਟੀ ਲੀਕ ਕੀਤੀ ਹੈ ਤੁਸੀਂ ਉਹਦੇ ਖਿਲਾਫ ਕੀ ਕਾਰਵਾਈ ਕਰ ਰਹੇ ਹੋ। ਦੇਖੋ ਜਿਹੜਾ ਬੰਦਾ ਸਾਡੇ ਸਾਹਮਣੇ ਹੈ 11 ਮਹੀਨੇ ਦੇ ਵਿੱਚ ਸਰਕਾਰ ਨੇ ਉਹਦੇ ਤੇ ਤਾਂ ਕੋਈ ਕਾਰਵਾਈ ਕੀਤੀ ਨਹੀਂ। ਤੁਸੀਂ ਆਪਣਾ ਇੱਕ ਸਟੈਂਡ ਸਪਸ਼ਟ ਕਰ ਦਿਓ। ਪਰਮਵੀਰ ਮੈਂ ਤੁਹਾਡੀ ਗੱਲ ਸੁਣ ਰਿਹਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਰਮਵੀਰ, ਮੈਂ ਉਸ ਗੱਲ ਨੂੰ ਡਿਨਾਈ ਨਹੀਂ ਕਰਦਾ ਪਿਆ। ਪਰਮਵੀਰ, ਮੇਰਾ ਸਵਾਲ ਹੈ ਇਹ ਗੈਂਗਵਾਰ ਦਾ ਨਤੀਜਾ ਜਾਂ ਪੋਲੀਟੀਕਲ ਮਰਡਰ ਹੈ? ਦੇਖੋ ਜੀ ਇਹ ਤਾਂ ਸਿਕਿਉਰਿਟੀ ਏਜੰਸੀਜ਼ ਨੇ ਇਨਵੈਸਟੀਗੇਸ਼ਨ ਕਰਕੇ ਮੈਂ ਇੱਕ ਹੋਰ ਸਵਾਲ ਕਰਦਾ ਪਰਮਵੀਰ, ਵਿੱਕੀ ਮਿੱਡੂ ਖੇੜੇ ਦੇ ਮਰਡਰ ਨਾਲ ਇਸ ਦਾ ਕੋਈ ਕਨੈਕਸ਼ਨ ਤਾਂ ਨਹੀਂ ਹੈ? ਮੈਂ ਫਿਰ ਉਹੀ ਗੱਲ ਕਵਾਂਗਾ ਜੀ, ਇਹ ਤੇ ਇਨਵੈਸਟੀਗੇਸ਼ਨ ਏਜੰਸੀਜ਼ ਦੇ ਉਹਦੇ ਪੱਖ ਚੱਲਦਾ ਹੈ ਵੀ ਇਨਵੈਸਟੀਗੇਸ਼ਨ ਏਜੰਸੀਜ਼ ਕੀ ਇਹਦਾ ਸਿੱਟਾ ਕੱਢਦੀਆਂ। ਇੱਕ ਸਟੈਂਡ ਤਾਂ ਦੱਸ ਸਕਦੇ ਨਾ ਪਰਮਵੀਰ, ਇੱਕ ਪੋਲੀਟੀਕਲ ਪਾਰਟੀ ਦਾ ਸਟੈਂਡ ਹੁੰਦਾ ਨਾ, ਤੁਸੀਂ ਇਹ ਤਾਂ ਦੱਸ ਸਕਦੇ ਹੋ ਨਾ ਪੋਲੀਟੀਕਲ ਮਰਡਰ ਹੈ ਜਾਂ ਨਹੀਂ? ਪਰਮਵੀਰ ਜੀ ਅਸੀਂ ਤਾਂ ਕਹਿੰਦੇ ਜਿਹੜਾ ਵੀ ਮਰਡਰ ਹੋ ਰਿਹਾ ਹੈ, ਜਿਹੜੇ ਵੀ ਮਾਂ ਦਾ ਪੁੱਤ ਮਰ ਰਿਹਾ ਉਹਦੀ ਜਵਾਬਦੇਹੀ ਸਰਕਾਰ ਹੈ ਔਰ ਸਰਕਾਰ ਨੇ ਇਹ ਕਲੀਅਰ ਕਰਨਾ ਹੈ ਵੀ ਇਹ ਜਿਹੜੇ ਮਰਡਰ ਹੋ ਰਹੇ ਆ ਕਿਸ ਕਾਰਨਾਂ ਕਰਕੇ। ਚਲੋ ਮੈਂ ਵਾਪਸ ਆਉਂਗਾ। ਦੀਵਾਨ
ਦੀਵਾਨ ਤਰੋੜਾ ਉਹਨਾਂ ਦਾ ਪਰਿਵਾਰ ਕਹਿ ਰਿਹਾ, ਉਹਨਾਂ ਦੇ ਫਾਦਰ ਸਾਹਿਬ ਨੂੰ ਤੁਸੀਂ ਸੁਣਿਆ ਹੋਊਗਾ, ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਜੇ ਸਾਡੀਆਂ ਜਾਂਚ ਏਜੰਸੀਆਂ ਨਹੀਂ ਕੁਝ ਕਰ ਸਕਦੀਆਂ ਫਿਰ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ। ਬੀਜੇਪੀ ਡਿਮਾਂਡ ਕਰਦੀ ਹੈ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ। ਦੇਖੋ ਇਦਾਂ ਹੈ ਕੇਪੀ ਜੀ, ਸਿੱਧੂ ਮੂਸੇਵਾਲਾ ਦਾ ਪਰਿਵਾਰ ਇਹ ਵੀ ਕਹਿ ਰਿਹਾ ਕਿ 11 ਮਹੀਨੇ ਹੋ ਗਏ ਹੈ ਕਿ ਅਜੇ ਤੱਕ ਚਲਾਨ ਨਹੀਂ ਪੇਸ਼ ਹੋਇਆ। ਕੀ ਇਹ ਜਸਟੀਫਿਕੇਸ਼ਨ ਹੈ? ਮੈਂ ਤਾਂ ਇਹ ਕਹਾਂਗਾ ਅੱਜ ਵੀ ਤੁਹਾਡੇ ਚੈਨਲ ਤੇ ਕਿ ਭਗਵੰਤ ਮਾਨ ਸਰਕਾਰ ਜਿਹੜੀ ਹੈ ਟੋਟਲੀ ਕਨਫਿਊਜ਼ਡ ਸਰਕਾਰ ਹੈ। ਤੁਸੀਂ ਦੇਖੋ ਅਜੇ ਤੱਕ ਇਸ ਸਰਕਾਰ ਨੇ ਨਹੀਂ ਦੱਸਿਆ ਕਿ ਜਿਹੜੇ 29 ਅਕਿਊਜ਼ਡ ਫੜੇ ਗਏ ਆ ਉਹਨਾਂ ਦੇ ਵਿੱਚ ਗੋਲਡੀ ਬਰਾੜ ਹੈਗਾ ਕਿ ਨਹੀਂ ਹੈਗਾ। ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਡਿਟੇਨ ਕਰ ਲਿਆ, ਲੇਕਿਨ ਅੱਜ ਦੀ ਸਥਿਤੀ ਦੇ ਵਿੱਚ ਪੁਲਿਸ ਅਧਿਕਾਰੀ ਕਿਤੇ ਕੋਈ ਬਿਆਨ ਨਹੀਂ ਹੈ ਕਿ ਗੋਲਡੀ ਬਰਾੜ ਦਾ ਸਟੇਟਸ ਕੀ ਹੈ। ਦੂਜੀ ਗੱਲ ਹੈ ਸੀਬੀਆਈ ਇਨਕੁਆਇਰੀ ਦੀ। ਤੁਸੀਂ ਮੈਨੂੰ ਦੱਸੋ ਕਿ ਜੇ ਪੰਜਾਬ ਪੁਲਿਸ ਸક્ષਮ ਹੈ ਸਾਰਾ ਕੁਝ ਕਰਨ ਦੇ ਵਿੱਚ, ਵੈਸੇ ਤਾਂ ਜਿਹੜੇ 29 ਆਰੋਪੀ ਫੜੇਗਾ ਉਹਨਾਂ ਦੇ ਵਿੱਚੋਂ ਕਈ ਆਰੋਪੀ ਜਿਹੜੇ ਅਸੀਂ ਘੱਟੋ ਘੱਟ ਅੱਧਾ ਦਰਜਨ ਜਿਹੜੇ ਆ ਦਿੱਲੀ ਪੁਲਿਸ ਨੇ ਫੜੇ। ਜੇ ਪੰਜਾਬ ਪੁਲਿਸ ਸક્ષਮ ਹੈ ਤੇ ਅਜਨਾਲਾ ਕਾਂਡ ਤੋਂ ਬਾਅਦ ਫਿਰ ਅਮਿਤ ਸ਼ਾਹ ਜੀ ਕੋਲ ਕੀ ਕਰਨ ਗਿਆ ਸੀ? ਮੈਂ ਦੀਵਾਨ ਜੀ ਤੁਸੀਂ ਸਵਾਲ ਬੜਾ ਇੰਪੋਰਟੈਂਟ ਪੁੱਛ ਲਿਆ, ਚੱਕ ਤਾਂ ਤੁਸੀਂ ਸਵਾਲ ਦੀਵਾਨ ਜੀ। ਮੂਸੇਵਾਲੇ ਦੇ ਮਾਪੇ ਤਾਂ ਅਮਿਤ ਸ਼ਾਹ ਨੂੰ ਵੀ ਮਿਲੇ ਸੀਗੇ, ਕੇਂਦਰੀ ਗ੍ਰਹਿ ਮੰਤਰੀ ਨੂੰ, ਤੁਸੀਂ ਕੀ ਕੀਤਾ? ਮੈਂ ਕਹਿੰਦਾ ਕਿ ਪਰਿਵਾਰ ਦੀ ਗੱਲ ਮੰਨਣੀ ਚਾਹੀਦੀ ਹੈ ਨਾ। ਦੇਖੋ ਸੀਬੀਆਈ ਪਾਰਟੀ ਤਾਂ ਸਟੇਟ ਨੇ ਰਿਕਮੈਂਡ ਕਰਨੀ ਹੈ ਨਾ ਕੇਂਦਰ ਕੋਲ, ਤਾਂ ਸਟੇਟ ਕਹੇਗਾ ਕੇਂਦਰ ਨੂੰ, ਤੇ ਕੇਂਦਰ ਜਿਹੜਾ ਕਰਾਏਗਾ ਅਸੀਂ ਕੋਈ ਮੁੱਕਰਦੇ ਨਹੀਂ। ਇੱਕ ਪਾਸੇ ਮੈਂ ਦੱਸ ਦਿੰਦਾ, ਤੁਸੀਂ ਇੱਕ ਪਾਸੇ ਕ੍ਰੈਡਿਟ ਵੀ ਲੈ ਰਹੇ ਹੋ ਕਿ ਦਿੱਲੀ ਪੁਲਿਸ ਨੇ ਕ੍ਰੈਕ ਕੀਤੀਆਂ ਬਹੁਤ ਚੀਜ਼ਾਂ, ਤੁਸੀਂ ਕ੍ਰੈਡਿਟ ਵੀ ਲੈ ਰਹੇ ਹੋ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਸਟੇਟ ਪੁਲਿਸ, ਸਟੇਟ ਗਵਰਨਮੈਂਟ ਰਿਕਮੈਂਡ ਕਰੇ। ਤੁਸੀਂ ਆਪਦਾ ਸਟੈਂਡ ਦੱਸ ਦਿਓ ਨਾ, ਸਟੇਟ ਗਵਰਨਮੈਂਟ ਕੀ ਰਿਕਮੈਂਡੇਸ਼ਨ ਦੇਵੇ, ਦੱਸੋ ਮੈਨੂੰ। ਉਹ ਤਾਂ ਨਿਯਮ ਹੈ ਨਾ ਕਿ ਸਟੇਟ ਪੁਲਿਸ ਜਿਹੜੀ ਹੈ ਉਹ ਸਟੇਟ ਦੀ ਕੈਬਨਿਟ ਜਿਹੜੀ ਹੈ ਉਹ ਸੀਬੀਆਈ ਡਿਮਾਂਡ ਕਰੇਗੀ, ਸੀਬੀਆਈ ਇਨਕੁਆਇਰੀ ਦੀ, ਤਾਂ ਦੀ ਕੇਂਦਰ ਜਿਹੜਾ ਵਾ ਉਹਨੂੰ ਨਹੀਂ। ਦੀਵਾਨ ਜੀ ਤੁਹਾਡੀ ਗੱਲ ਮੰਨ ਲਈ, ਸਾਬਕਾ ਡੀਜੀਪੀ ਇੱਥੇ ਬੈਠੇ ਆ ਸ਼ਸ਼ੀਕਾਂਤ ਜੀ, ਉਹ ਕਹਿ ਰਹੇ ਆ ਕਿ ਸੀਬੀਆਈ ਇਨਕੁਆਇਰੀ ਜ਼ਰੂਰਤ ਨਹੀਂ ਹੈਗੀ। ਇਹਦਾ ਮਤਲਬ ਇਹ ਸਾਰੀ ਪੋਲਿਟਿਕਸ ਹੋ ਰਹੀ ਹੈ ਨਾ ਦੀਵਾਨ ਜੀ। ਪੈਰਾਮਿਲਟਰੀ ਜੇ ਪੰਜਾਬ ਪੁਲਿਸ ਸક્ષਮ ਹੈ ਤਾਂ ਪੈਰਾਮਿਲਟਰੀ ਫੋਰਸਿਸ ਦੀ ਵੀ ਕੀ ਜ਼ਰੂਰਤ ਸੀ? ਭਗਵੰਤ ਮਾਨ ਜੀ ਕੀ ਕਰਨ ਗਿਆ ਸੀ ਅਮਿਤ ਸ਼ਾਹ ਜੀ ਦੇ ਕੋਲ? ਚਲੋ ਠੀਕ ਹੈ। ਬਾਬ ਜੀ ਇਹ ਕਹਿੰਦੇ ਜੇ ਪੰਜਾਬ ਪੁਲਿਸ ਸਮਰੱਥ ਹੈਗੀ ਹੈ ਫਿਰ ਤੁਸੀਂ ਪੈਰਾਮਿਲਟਰੀ ਫੋਰਸਸ ਵੀ ਮੰਗਦੇ ਪਏ ਹੋ ਉੱਥੋਂ। ਇਹ ਬਾਬ ਜੀ ਮੈਨੂੰ ਸਮਝ ਨਹੀਂ ਆ ਰਹੀ, ਜਿਹੜੇ ਤੁਸੀਂ 29 ਕਹਿ ਰਹੇ ਹੋ ਅਸੀਂ ਫੜੇ ਆ, ਉਹਨਾਂ ਵਿੱਚ ਗੋਲਡੀ ਬਰਾੜ ਦਾ ਜ਼ਿਕਰ ਹੈ ਜਾਂ ਨਹੀਂ ਉਹ ਵੀ ਦੱਸ ਦਿਓ ਨਾ। ਤੇ ਜਿਹੜੇ ਕਹਿੰਦੇ ਆ ਜਿਹੜੀ ਸਿਕਿਉਰਿਟੀ ਲੀਕ ਆ, ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਉਹਨਾਂ ਤੇ ਕੀ ਕਾਰਵਾਈ ਕਰ ਰਹੇ ਹੋ? 3 ਸਵਾਲ ਹੈ ਗਰੇਵਾਲ ਸਾਹਿਬ ਜੀ। ਦੇਖੋ ਜਿਹੜੀ ਪੈਰਾਮਿਲਟਰੀ ਫੋਰਸਸ ਜੇ ਬਾਜਵਾ ਸਾਹਿਬ ਦੇ ਹਿਸਾਬ ਨਾਲ ਈਸਟ ਇੰਡੀਆ ਕੰਪਨੀ ਦੀਆਂ ਫੋਰਸਸ ਨੇ, ਪ੍ਰਤਾਪ ਬਾਜਵਾ ਜੀ ਜਿਵੇਂ ਹਾਊਸ 'ਚ ਕਹਿ ਰਹੇ ਸੀਗੇ, ਤੇ ਪੈਰਾਮਿਲਟਰੀ ਫੋਰਸਸ ਸਾਡੇ ਦੇਸ਼ ਦੀਆਂ ਫੋਰਸਸ ਨੇ। G20 ਸਮਿਟ ਹੈ ਇੰਟਰਨੈਸ਼ਨਲ ਲੈਵਲ ਦਾ, ਉਹਦੇ ਲਈ ਮਾਨ ਸਾਹਿਬ ਗਏ ਸੀਗੇ। ਉਹ ਪਹਿਲਾਂ ਇੱਕ ਕਲੀਅਰ ਕਰਦਾ, ਜਿਹੜੇ 29 ਫੜੇ ਗਏ ਨੇ ਉਹਨਾਂ ਚੋਂ ਅੱਧਾ ਦਰਜਨ ਦੀਵਾਨ ਸਾਹਿਬ ਨੇ ਕਿਹਾ, ਮਤਲਬ 6 ਦਿੱਲੀ ਪੁਲਿਸ ਨੇ। ਮੈਂ ਪਹਿਲਾਂ ਕਿਹਾ ਸੀ ਕਿ ਰਾਖਸ਼ ਸਾਰੇ ਦੇਸ਼ 'ਚ ਫੈਲਿਆ ਹੋਇਆ। ਸ਼ਸ਼ੀਕਾਂਤ ਸਰ ਨੇ ਬਿਲਕੁਲ ਸਹੀ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਦੀ ਲੋੜ ਹੁੰਦੀ ਹੈ। ਗੋਲਡੀ ਬਰਾੜ ਦਾ ਅਸੀਂ ਸਟਿਲ ਸਟੈਂਡ ਬਾਈ ਕਰਦੇ ਹਾਂ ਇਸ ਮੰਨਣਾ ਕਿ ਹੀ ਹੈਜ਼ ਬੀਨ ਡਿਟੇਨਡ। ਇਹਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਜਿਹੜੀਆਂ ਕੇਂਦਰੀ ਏਜੰਸੀਆਂ ਨੇ, ਜਿਹੜੀਆਂ ਬਾਜਵਾ ਸਾਹਿਬ ਦੇ ਹਿਸਾਬ ਨਾਲ ਈਸਟ ਇੰਡੀਆ ਕੰਪਨੀ ਦੀਆਂ, ਇਹ ਗੱਲ ਹੋ ਰਿਹਾ ਕਿ ਈਸਟ ਇੰਡੀਆ ਕੰਪਨੀ ਸਿਕਿਉਰਿਟੀ ਹਲੇ ਵੀ ਬਾਜਵਾ ਸਾਹਿਬ ਕੋਲ ਆਪਣੀ ਵੀ ਹੈਗੀ ਹੈ, ਬਟ ਉਹ ਸਿਕਿਉਰਿਟੀ ਏਜੰਸੀਜ਼ ਦਾ ਰੋਲ ਵੱਡਾ ਹੁੰਦਾ। ਡਿਟੈਂਸ਼ਨ ਹੋ ਗਈ ਹੈ ਜਿਵੇਂ ਪ੍ਰੋਸੈਸ ਕੰਪਲੀਟ ਹੋਏਗਾ। ਅਸੀਂ ਇਹ ਕਹਿ ਰਹੇ ਹਾਂ ਕੇਪੀ ਭਾਜੀ ਵੈਰੀ ਕਲੀਅਰ, ਅਸੀਂ ਇਹ ਕਹਿ ਰਹੇ ਹਾਂ nobody involved will be spared। ਹਾਂ, ਮੂਸੇਵਾਲਾ ਸਾਹਿਬ ਦੇ ਪਿਤਾ ਜੀ ਜਿਹੜੇ ਨੇ ਉਹ ਜਿਹੜੇ ਕੁਝ ਨਾਮ ਲੈ ਰਹੇ ਨੇ ਜਿਹੜੇ ਕਿ ਇਨੀ ਚਰਚਾ ਚੱਲ ਰਹੀ ਹੈ ਕੁਝ, ਬਟ ਪੁਖਤਾ ਸਬੂਤ ਹੋਣੇ ਚਾਹੀਦੇ ਨੇ। ਐਂਡ ਇਸ ਦੇ ਵਿੱਚ ਜਿਹੜੇ ਚਲਾਨਾਂ ਦੀ ਗੱਲ ਕਰ ਰਹੇ ਆ, ਮੈਜੋਰਿਟੀ ਦੇ ਚਲਾਨ ਪੇਸ਼ ਹੋ ਚੁੱਕੇ ਆ। ਜਿਹੜੇ ਬੰਦੇ ਹੱਥ ਨਹੀਂ ਆਏ ਉਹਨਾਂ ਦੇ ਚਲਾਨ ਜ਼ਰੂਰ ਪੇਸ਼ ਹੋ ਜਾਣਗੇ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਗੱਲ ਕਹੀ ਔਨ ਰਿਕਾਰਡ ਹੈ ਕਿ ਕੋਈ ਚਲਾਨ 11 ਮਹੀਨਿਆਂ ਚ ਪੇਸ਼ ਨਹੀਂ ਹੋਇਆ। ਗਰੇਵਾਲ ਸਾਹਿਬ ਨਹੀਂ ਕੇਪੀ ਜੀ, ਇਹ ਤਾਂ ਦੇਖੋ ਇਹ ਤਾਂ ਕੋਰਟ ਦੀ ਗੱਲ ਹੈ ਸਰ। ਉਹ ਠੀਕ ਹੈ, ਭਾਵੁਕ ਨੇ, ਉਹਨਾਂ ਦਾ ਬੱਚਾ ਗਿਆ, ਮੈਂ ਸਮਝ ਸਕਦਾ, ਬਟ ਇਹ ਤੁਸੀਂ ਤੇ ਮੈਂ ਇਸ ਗੱਲ ਤੇ ਵਾਕਫ ਹਾਂ ਕਿ ਮੈਜੋਰਿਟੀ ਕੇਸਿਸ 'ਚ ਚਲਾਨ ਕਰੇ ਜਾ ਚੁੱਕੇ ਨੇ। ਹਾਂ, ਜਿਹੜੇ ਲੋਕ ਹਲੇ ਹੱਥ ਨਹੀਂ ਆਏ, ਉਹਨਾਂ ਜਿਹੜੇ ਬਾਹਰ ਬੈਠੇ ਨੇ, ਉਹਨਾਂ ਦੇ ਜਿਹੜਾ ਕੋਈ ਅਜ਼ਰਬਾਈਜਾਨ ਡਿਟੇਨ ਹੋਇਆ, ਐਕਸਟ੍ਰੈਡੀਸ਼ਨ ਪ੍ਰੋਸੈਸ ਚੱਲ ਰਿਹਾ ਹੈ, ਗੋਲਡੀ ਬਰਾੜ ਅੰਡਰ ਸਰਵੇਲੈਂਸ ਹੈ, ਐਕਸਟ੍ਰੈਡੀਸ਼ਨ ਪ੍ਰੋਸੈਸ ਚੱਲੂਗਾ, ਉਹਨਾਂ ਦੇ ਖਿਲਾਫ ਚਲਾਨ ਜ਼ਰੂਰ ਪੇਸ਼ ਚਲੋ ਮੈਂ ਵਾਪਸ ਆ ਰਿਹਾ, ਮੈਂ ਦੀਵਾਨ ਜੀ ਆ ਰਿਹਾ, ਮੈਂ ਬ੍ਰੇਕ ਲੈ ਕੇ ਵਾਪਸ ਆ ਰਿਹਾ। ਬਹੁਤ ਗੰਭੀਰ ਡਿਬੇਟ ਹੈ ਇਹ, ਤੇ ਇਹਦੇ ਤੇ ਗੰਭੀਰਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ। ਕੀ ਹੈ, ਜਦੋਂ ਮਾਪੇ ਸੜਕ ਤੇ ਆ ਕੇ ਆਪਦੇ ਪੁੱਤ ਲਈ ਇਨਸਾਫ ਮੰਗਦੇ ਪਏ ਹੋਣ ਤੇ ਉਦੋਂ ਸਵਾਲਾਂ ਦੇ ਜਵਾਬ ਕੀ ਹੋਣੇ ਚਾਹੀਦੇ ਆ, ਇਹ ਸਿਆਸਤ ਨੂੰ ਵੀ ਸੋਚਣਾ ਚਾਹੀਦਾ। ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਜਿਹੜਾ ਪੁੱਛ ਰਹੇ ਹਾਂ, ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਜਾਂਚ ਏਜੰਸੀਆਂ ਅਤੇ ਸਿਆਸਤ ਨੇ ਹੁਣ ਤੱਕ ਕੀ ਕੀਤਾ? ਹਾਂਜੀ ਦੀਵਾਨ ਜੀ, ਗੱਲ ਰੱਖੋ ਆਪਣੀ, ਬੋਲੋ। ਦੇਖੋ, ਇਸ ਤਰ੍ਹਾਂ ਕਿ ਮੈਂ ਪਹਿਲੇ ਵੀ ਕਿਹਾ ਸੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਟੋਟਲੀ ਕਨਫਿਊਜ਼ਡ ਗਵਰਨਮੈਂਟ ਹੈ, ਔਰ ਅਬਾਬ ਗਰੇਵਾਲ ਜੀ ਦੇ ਕਥਨ ਨੇ ਇਹ ਸਿੱਧ ਕਰ ਦਿੱਤਾ। ਇਹ ਕਹਿੰਦੇ ਜੀ ਗੋਲਡੀ ਬਰਾੜ ਅਸੀਂ ਡਿਟੇਨ ਕੀਤਾ ਵਾ, ਕਾਰਵਾਈ ਚੱਲ ਰਹੀ ਹੈ। ਨਹੀਂ ਕੀਤਾ ਭਾਈ ਸਾਹਿਬ, ਅਮਰੀਕਾ ਦੀ ਅਸੀਂ ਹੁਣ ਪੰਜਾਬ ਪੁਲਿਸ ਫਿਲਮਾਂ ਨਹੀਂ ਹੈਗੀਆਂ, ਦਲਜੀਤ ਦੋਸਾਂਝ ਜਾ ਕੇ ਉੱਥੇ ਕੰਮ ਨਹੀਂ ਕਰਦਾ, ਇਹ ਅਮਰੀਕਾ ਦੀ। ਨਹੀਂ ਦੀਵਾਨ ਜੀ ਇੱਕ ਮਿੰਟ ਰੁਕ ਜਾਓ। ਅਬਾਬ ਜੀ ਇੱਕ ਮਿੰਟ। ਦੀਵਾਨ ਮਤਰੋੜਾ ਜੀ, ਜੇ ਆਮ ਆਦਮੀ ਪਾਰਟੀ ਕਹਿੰਦੀ ਹੈ ਡਿਟੇਨ ਕੀਤਾ ਹੋਇਆ ਉੱਥੇ, ਤੇ ਇਹ ਤਾਂ ਸੈਂਟਰ ਏਜੰਸੀ ਨੇ ਦੱਸਣਾ ਡਿਟੇਨ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ। ਸੈਂਟਰ, ਤੁਸੀਂ ਵਿਦੇਸ਼ਾਂ ਨਾਲ ਤੁਸੀਂ ਰਾਬਤਾ ਕਰਦੇ ਹੋ ਨਾ ਦੀਵਾਨ ਜੀ, ਸਾਡੀਆਂ ਸੈਂਟਰ ਏਜੰਸੀ ਰਾਬਤਾ ਕਰਦੀ, ਤੁਸੀਂ ਕਲੀਅਰ ਕਰ ਦਿਓ ਵੀ ਆਮ ਆਦਮੀ ਪਾਰਟੀ ਸੱਚ ਬੋਲਦੀ ਪਈ ਕਿ ਨਹੀਂ ਬੋਲਦੀ ਪਈ। ਅਰੇ ਮੇਰੀ ਗੱਲ ਤਾਂ ਪੂਰੀ ਹੋ ਜਾਂਦੀ ਹੋ। ਗੋਲਡੀ ਬਰਾੜ ਨੇ ਜਦੋਂ ਭਗਵੰਤ ਮਾਨ ਜੀ ਦੀ ਪ੍ਰੈਸ ਕਾਨਫਰੰਸ ਹੋਈ, ਵੈਰੀ ਨੈਕਸਟ ਡੇ ਉਹਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਮੈਂ ਡਿਟੇਨ ਨਹੀਂ ਹੋਇਆ। ਉਸ ਗੱਲ ਦਾ ਖੰਡਨ ਨਹੀਂ ਕੀਤਾ, ਉਸ ਤੋਂ ਬਾਅਦ ਹੀ ਬੋਲਿਆ। ਦੀਵਾਨ ਜੀ ਆਪਾਂ ਸੋਸ਼ਲ ਮੀਡੀਆ ਤੇ ਜਾਂ ਤਾਂ ਬਲੀਵ ਕਰ ਲਈਏ ਜਾਂ ਸੈਂਟਰ ਏਜੰਸੀ ਤੇ ਬਲੀਵ ਕਰ ਲਈਏ। ਤੁਸੀਂ ਸੈਂਟਰ ਏਜੰਸੀ ਦਾ ਮੈਨੂੰ ਉਹ ਦੱਸੋ ਨਾ, ਸੈਂਟਰ ਏਜੰਸੀ ਦਾ ਪੱਖ ਦੱਸੋ ਮੈਨੂੰ। ਦੇਖੋ ਗੋਲਡੀ ਬਰਾੜ ਦੇ ਕੋਲ, ਇੱਕ ਗੈਂਗਸਟਰ ਦੇ ਕੋਲ ਇੱਕ ਸੋਸ਼ਲ ਮੀਡੀਆ ਹੀ ਹੈ ਨਾ ਆਪਣਾ ਪਲੇਟਫਾਰਮ ਆਪਣੀ ਗੱਲ ਰੱਖਣ ਦਾ। ਮੈਨੂੰ ਲੱਗਦਾ ਗੋਲਡੀ ਬਰਾੜ ਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੈ। ਨਹੀਂ ਉਹਦਾ ਖੰਡਨ ਕਰਦੇ ਨਾ, ਖੰਡਨ ਕਰਦੇ। ਠੀਕ ਹੈ। ਸ਼ਸ਼ੀਕਾਂਤ ਜੀ ਮੈਂ ਇਸ ਪੋਲਿਟਿਕਸ ਤੋਂ ਉੱਪਰ ਉੱਠ ਕੇ ਇੱਕ ਸਵਾਲ ਕਰਨਾ ਤੁਹਾਨੂੰ ਚਾਹੁੰਦਾ। ਸ਼ਸ਼ੀਕਾਂਤ ਜੀ, ਇਹ ਸੈਂਟਰ ਏਜੰਸੀ ਕਿਉਂ ਨਹੀਂ ਦੱਸਦੀ ਪਈ ਫੈਕਟ ਕੀ ਹੈਗੇ ਆ? ਅਸੀਂ ਸਾਰੇ ਉਲਝੇ ਪਏ ਆ, ਉਹਦੇ ਤੇ ਸਾਰੀ ਪੋਲਿਟਿਕਸ ਹੋ ਰਹੀ ਹੈ ਸਰ। ਸ਼ਸ਼ੀਕਾंत जी, अब तो सेंट्रल एजेंसीज क्यों जवाब नहीं दे रही हैं से? ठीक है, मेरा मित्र मेरा बैचमेट जरूर एक्सटर्नल अफेयर्स मिनिस्टर हैगा, बट मैं तो नहीं हैगा सर, मनु की पता कर रहे हैं क्यों नहीं कर रहे हैं, बट नो आइडिया। नहीं शशिकांत जी, सेंट्रल एजेंसी ਨੂੰ ਆਪਣਾ ਪੱਖ ਰੱਖ ਦੇਣਾ ਚਾਹੀਏ ਨਹੀਂ, ਜਾਂ ਪੰਜਾਬ ਗਵਰਨਮੈਂਟ ਉਹਨਾਂ ਤੋਂ ਪੱਖ ਲੈ ਕੇ ਜਨਤਾ ਸਾਹਮਣੇ ਰੱਖੇ। ਇਹਦੇ ਚ ਇਸ ਤਰ੍ਹਾਂ ਹੁੰਦਾ ਹੈਗਾ ਸਰ, ਜਦੋਂ ਤੱਕ ਪ੍ਰਕਿਰਿਆ ਪੂਰੀ ਸ਼ੁਰੂ ਨਹੀਂ ਹੋ ਜਾਂਦੀ ਹੈਗੀ, ਐਕਸਟ੍ਰੈਡੀਸ਼ਨ ਦੀ ਵੀ ਹੈਗੀ ਹੈ, ਸੈਂਟਰਲ ਏਜੰਸੀਜ਼ ਜਿਸ ਤਰ੍ਹਾਂ ਕੰਮ ਕੀਤਾ ਹੈ ਉਹਨਾਂ ਚ, ਉਹ ਪੰਜਾਬ ਪੁਲਿਸ ਹੈ, ਕੋਈ ਹੋਰ ਪੁਲਿਸ ਨਹੀਂ ਹੈਗੀ ਯਾਨੀ ਕਿ ਰੋਜ਼ ਆਪਣਾ ਪ੍ਰੈਸ ਸਟੇਟਮੈਂਟ ਦੇਣ। ਜਦੋਂ ਟਾਸਕ ਅਕੰਪਲਿਸ਼ ਹੋ ਜਾਂਦਾ ਹੈਗਾ ਜਾਂ ਹੋ ਰਿਹਾ ਹੈਗਾ, ਉਹਦੇ ਬਾਅਦ ਦੇ ਕੰਮ ਔਨ ਰਿਕਾਰਡ ਕਿ ਹਾਂ ਇਹ ਪੋਜੀਸ਼ਨ ਹੈਗੀ ਹੈ। ਵਰਨਾ ਤੁਹਾਨੂੰ ਪਤਾ ਹੈ ਕਿ ਇਹਦੇ ਚ ਜਿਹੜਾ ਲਿਟੀਗੇਸ਼ਨ ਹੈਗਾ ਈਵਨ ਐਟ ਇੰਟਰਨੈਸ਼ਨਲ ਲੈਵਲ, ਉਹ ਵੀ ਬਹੁਤ ਜ਼ਿਆਦਾ ਲਿਟੀਗੇਸ਼ਨ ਹੈ, ਪੋਲਿਟਿਸਾਈਜੇਸ਼ਨ ਹੁੰਦਾ ਹੈਗਾ। ਸੋ ਇਹ ਸੈਂਟਰਲ ਏਜੰਸੀਜ਼ ਜਿਹੜੀ ਹੈਗੀਆਂ ਨੇ ਆਪਣਾ ਪੱਖ लगातार नहीं लगती है, जस्ट वेट फॉर द राइट अपॉर्चुनिटी, ਜਦੋਂ ਕੰਮ ਹੋ ਗਿਆ then they come out on record। ਤੇ ਮੇਰਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਹੈਗਾ। ਠੀਕ, ਸ਼ਸ਼ੀਕਾंत ਜੀ ਥੈਂਕ ਯੂ। ਮਿਸਟਰ ਖੜਿਆਲ, ਸੈਂਟਰ ਏਜੰਸੀਜ਼ ਤੇ ਜੋ ਵੀ ਪ੍ਰਤੀਕਰਮ ਉਹਨਾਂ ਦਾ ਆਊਗਾ, ਜਦੋਂ ਵੀ ਆਊਗਾ, ਸਾਨੂੰ ਉਹਦਾ ਇੰਤਜ਼ਾਰ ਕਰਨਾ ਚਾਹੀਦਾ। ਅਰਪੀਸ਼ ਖੜਿਆਲ, ਗੱਲ ਇਸ ਤਰ੍ਹਾਂ ਹੈ ਕੀਪੀ ਜੀ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਮੁਲਜ਼ਮ ਅਸੀਂ ਡਿਟੇਨ ਕਰ ਰੱਖਿਆ ਹੈ, ਗਰੇਵਾਲ ਸਾਹਿਬ ਇੱਥੇ ਔਨ ਰਿਕਾਰਡ ਕਹਿ ਰਹੇ ਹੈ ਕਿ ਸਾਡਾ ਸਟੈਂਡ ਹੈ ਕਿ ਅਸੀਂ ਡਿਟੇਨ ਕਰ ਰੱਖਿਆ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਵੀ ਜੇ ਡਿਟੇਨ ਕਰ ਰੱਖਿਆ ਹੈ ਤਾਂ ਤੁਸੀਂ ਐਕਸਟ੍ਰਾਡੀਸ਼ਨ ਦੀ ਰਿਕੁਐਸਟ ਕਿਉਂ ਨਹੀਂ ਪਾਈ? ਤੇ ਜੇ ਪਾਈ ਹੈ ਤਾਂ ਸਾਨੂੰ ਦੱਸੋ ਵੀ ਅਸੀਂ ਪਾਤੀ ਤੇ ਸਾਨੂੰ ਕੋਈ ਪ੍ਰੂਫ ਦਿਖਾਇਆ ਜਾਵੇ, ਚਾਹੇ ਸਟੇਟ ਸਰਕਾਰ ਦਿਖਾ ਦੇ ਜਾਂ ਸੈਂਟਰ ਸਰਕਾਰ ਦਿਖਾ ਦੇ। ਇਹ ਦੋਵੇਂ ਇਸ ਮਾਮਲੇ ਤੇ ਚੁੱਪ ਨੇ। ਦੂਜੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਪੋਸਟ ਠੀਕ ਹੈ ਜਾਂ ਨਹੀਂ ਹੈ ਉਹਦਾ ਸੈਕੰਡਰੀ ਗੱਲ ਹੈ, ਲੇਕਿਨ ਮੁਲਜ਼ਮ ਨੇ ਸੋਸ਼ਲ ਮੀਡੀਆ ਪੋਸਟ ਪਾਈ ਜ਼ਰੂਰ ਹੈ ਵੀ ਮੈਂ ਡਿਟੇਨ ਨਹੀਂ ਹੋਇਆ। ਤੀਜੀ ਗੱਲ ਇਹ ਹੈ ਕਿ ਉਹੀ ਸੋਸ਼ਲ ਮੀਡੀਆ ਦੇ ਥਰੂ ਇਹ ਰਿਸਪੌਂਸਿਬਿਲਿਟੀ ਜਿਹੜੇ ਗੈਂਗਸ ਹੈ ਅੱਜ ਕੱਲ ਪੰਜਾਬ 'ਚ ਆਪਰੇਟ ਕਰ ਰਹੇ ਆ, ਸੋਸ਼ਲ ਮੀਡੀਆ ਦੇ ਥਰੂ ਹੀ ਰਿਸਪੌਂਸਿਬਿਲਿਟੀ ਕਲੇਮ ਕਰਦੇ ਹੈ ਤੇ ਉਹ ਤੋਂ ਹੀ ਚੇਨ ਆਫ ਜਿਹੜੀ ਐਕਸ਼ਨ ਹੈ ਸ਼ੁਰੂ ਹੁੰਦੀ ਹੈ। ਤੀਜਾ ਇਹ ਹੈ ਕਿ ਸੜਕ ਤੇ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਨੂੰ ਆਉਣਾ ਪੈ ਰਿਹਾ ਤੇ ਇਹ ਸੈਡ ਸਟੇਟ ਆਫ ਅਫੇਅਰਸ ਨੇ ਪੰਜਾਬ ਦੇ। ਇੱਕ ਉਦਾਸ ਪਿਕਚਰ ਹੈ ਪੰਜਾਬ ਦੀ, ਤੇ ਇੱਕ ਇਕਲੌਤੀ ਫੈਮਿਲੀ ਨਹੀਂ, ਬਹੁਤ ਸਾਰੇ ਪਰਿਵਾਰ ਹੈ ਜਿਨ੍ਹਾਂ ਨਾਲ ਇਹ ਹੋ ਰਿਹਾ, ਇਨਸਾਫ ਨਹੀਂ ਮਿਲ ਰਿਹਾ ਤੇ ਇਨਐਕਸ਼ਨ ਕਰਕੇ ਵਿਜੀਲੈਂਟਿਜ਼ਮ ਹੁੰਦਾ ਹੈ। ਖੜਿਆਲ ਸਾਹਿਬ ਇੱਕ ਸਟੇਟਮੈਂਟ ਉਹਨਾਂ ਦੇ ਫਾਦਰ, ਉਹਨਾਂ ਦੇ ਮਦਰ ਫਾਦਰ ਦੀ ਇੱਕ ਹੋਰ ਵੀ ਹੈ। ਖੜਿਆਲ ਸਾਹਿਬ, ਮੈਂ ਤੁਹਾਡੇ ਤੋਂ ਸਵਾਲ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਰਿਹਾ। ਖੜਿਆਲ ਸਾਹਿਬ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਰਿਹਾ। ਖੜਿਆਲ ਸਾਹਿਬ, ਉਹਨਾਂ ਦੇ ਮਾਪੇ ਇਹ ਵੀ ਕਹਿ ਰਹੇ ਆ ਕਿ ਸਾਡੀ ਤਾਂ ਕੋਈ ਧਿਰ ਨਹੀਂ ਸੁਣਦੀ ਪਈ, ਉਹਦਾ ਕੀ ਜਵਾਬ ਦੋਗੇ ਖੜਿਆਲ ਸਾਹਿਬ? ਦੇਖੋ, ਉਹਨਾਂ ਦੇ ਮਾਪੇ ਇਹ ਵੀ ਕਹਿ ਰਹੇ ਹੈ ਵੀ ਕਾਂਗਰਸ ਪਾਰਟੀ ਸਾਡੇ ਨਾਲ ਮੋਢੇ ਲਾ ਕੇ ਖੜੀ ਹੈ, ਕਾਂਗਰਸ ਪਾਰਟੀ ਮੇਕ ਸ਼ੋਰ ਕਰ ਰਹੀ ਹੈ ਸਾਡੀ ਆਵਾਜ਼ ਬੁਲੰਦ ਹੋਵੇ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਹੁਣ ਦੂਜੀ ਗੱਲ ਜਿਹੜਾ ਮੇਰਾ ਪੁਆਇੰਟ ਵਿੱਚ ਰਹਿ ਗਿਆ ਕਿ ਇਨਐਕਸ਼ਨ ਕਰਕੇ ਵਿਜੀਲੈਂਟਿਜ਼ਮ ਹੁੰਦਾ, ਲੋਕ ਕਾਨੂੰਨ ਨੂੰ ਆਪਦੇ ਹੱਥ 'ਚ ਲੈਂਦੇ। ਹੁਣ ਸਭ ਤੋਂ ਜ਼ਰੂਰੀ ਪੁਆਇੰਟ, ਇਹ ਜਿਹੜਾ ਜੇਲ੍ਹ ਦੇ ਵਿੱਚ ਹੋਇਆ ਹੈ ਇਹ ਵਿਜੀਲੈਂਟਿਜ਼ਮ ਦਾ ਉਦਾਹਰਣ ਹੈ। ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲਿਆ ਗਿਆ ਤੇ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਦਾ ਕਹਿਣਾ ਹੈ ਕਿ ਉੱਥੇ
ਕਨਸਪੀਰੇਸੀ ਦੇ ਤਹਿਤ ਇਹ ਜਿਹੜਾ ਕਤਲ ਹੈ ਕੀਤਾ ਗਿਆ ਹੈ ਤੇ ਡਿਸਟਰਕਸ਼ਨ ਆਫ ਐਵੀਡੈਂਸ ਕੀਤੀ ਗਈ ਹੈ, ਐਵੀਡੈਂਸ ਨੂੰ ਡਿਸਟਰੋਏ ਕੀਤਾ ਗਿਆ ਹੈ ਤੇ ਸਪਰੈਸ਼ਨ ਹੋ ਰਹੀ ਹੈ ਸਾਡੇ ਬੇਟੇ ਦੇ ਕੇਸ ਦੀ, ਉਹਨੂੰ ਦਬਾਇਆ ਜਾ ਰਿਹਾ ਹੈ। ਥਿੰਗਸ ਆਰ ਬੀਇੰਗ ਜਸਟ ਅੰਡਰ ਦ ਕਾਰਪੇਟ। ਆਮ ਆਦਮੀ ਪਾਰਟੀ ਨੇ ਇੱਕ ਸੈਕਿੰਡ ਕੋਈ ਇਨਕੁਆਇਰੀ ਇਨੀਸ਼ੀਏਟ ਕੀਤੀ ਇਹ ਮਾਮਲੇ ਦੇ ਵਿੱਚ, ਇਹਨਾਂ ਨੇ ਮੇਕ ਸ਼ੋਰ ਕੀਤਾ ਵੀ ਲੁੱਕ ਇਨਟੂ ਕੀਤਾ ਜਾਵੇ ਵੀ ਲੈਕਸ ਕਿੱਥੇ ਸੀਗਾ, ਕਿਵੇਂ ਵੀਡੀਓ ਵਾਇਰਲ ਹੋ ਗਈ, ਐ ਕਿਵੇਂ ਆਪਣਾ ਫੋਨ ਆ ਗਿਆ ਅੰਦਰ, ਐ ਕਿਵੇਂ ਉੱਥੇ ਜੈਮਰ ਹੋਣ ਦੇ ਬਾਵਜੂਦ ਵੀਡੀਓ ਵਾਇਰਲ ਹੋ ਰਹੀ ਹੈ ਤੇ ਕਿਉਂ ਨਹੀਂ ਇਹਨਾਂ ਨੇ ਕੰਧਾਂ ਉੱਚੀਆਂ ਕੀਤੀਆਂ, ਕਿਉਂ ਨਹੀਂ ਡੌਗ ਸਕੁਆਡ ਕੋਈ ਇਨੀਸ਼ੀਏਟ ਉੱਥੇ ਕਰਵਾਈ, ਕਿਉਂ ਨਹੀਂ ਸੁਪਰਵਿਜ਼ਨ ਜਾਂ ਫਿਰ ਸਰਵੇਲੈਂਸ ਇਨੀਸ਼ੀਏਟ ਕਰਵਾਈ, ਕਿਉਂ ਨਹੀਂ ਇਹਨਾਂ ਨੇ ਉੱਥੇ ਜੈਮਰਸ ਇੰਸਟਾਲ ਕਰਵਾਏ 5G ਟੈਕਨੋਲੋਜੀ ਵਾਲੇ ਤਾਂ ਕਿ ਉੱਥੇ ਨੈਟਵਰਕ ਬਲੌਕਡ ਹੋਵੇ। ਤੇ ਦੇਖੋ ਇੱਥੇ ਸਫਰ ਕੌਣ ਕਰ ਰਿਹਾ ਹੈ, ਸਫਰ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਕਰ ਰਹੇ ਹੈ, ਸਫਰ ਪੰਜਾਬ ਦੇ ਲੋਕ ਕਰੇ ਤੇ ਸਰਕਾਰ ਕਰਨਾ ਤਾਂ ਦੂਰ ਦੀ ਗੱਲ, ਇਹ ਗੱਲ ਹੀ ਨਹੀਂ ਕਰੇ ਵੀ ਅਸੀਂ ਇਨਕੁਆਇਰੀ ਕਰਾਵਾਂਗੇ। ਚਲੋ ਮੈਂ ਆ ਰਿਹਾ ਪਰਮਵੀਰ ਸਿੰਘ ਕੀ ਕਾਂਗਰਸ ਆਪਣੇ ਲੀਡਰ ਲਈ, ਕਿਉਂਕਿ ਸਿੱਧੂ ਮੂਸੇਵਾਲਾ ਜਿੱਥੇ ਗਾਇਕ ਸੀ ਉੱਥੇ ਕਾਂਗਰਸ ਪਾਰਟੀ ਦਾ ਲੀਡਰ ਵੀ ਸੀਗਾ, ਪਰਮਵੀਰ ਸਿੰਘ ਤਾਂ ਲੱਗਦਾ ਕਿ ਕਾਂਗਰਸ ਪੂਰੇ ਮਾਮਲੇ ਤੇ ਸੰਜੀਦਾ ਹੈ? ਪਰਮਵੀਰ ਸਿੰਘ ਦੇਖੋ ਚਲੋ ਆਪਾਂ ਇਹਨੂੰ ਕਿਸੇ ਪਾਰਟੀ ਦੇ ਨਾਲ ਨਾ ਜੋੜ ਕੇ ਦੇਖੀਏ, ਮੈਂ ਉਸ ਗੱਲ ਨੂੰ ਥੋੜਾ ਵੱਡਾ ਕਰ ਦੇਣਾ। ਦੇਖੋ ਸਰਕਾਰ ਅਗਰ ਕਹਿੰਦੀ ਹੈ ਵੀ ਸਰਕਾਰ ਪੰਜਾਬ ਦੇ ਸਾਰੇ ਲੋਕਾਂ ਦੀ ਸਿਕਿਉਰਿਟੀ ਲਈ, ਉਹਨਾਂ ਦੇ ਵੈਲਬੀਇੰਗ ਲਈ ਜ਼ਿੰਮੇਵਾਰ ਹੈ, ਤੇ ਇਹ ਸਿੱਧੂ ਮੂਸੇਵਾਲੇ ਦਾ ਕੇਸ ਹੈ ਜੋ ਇਹ ਸਰਕਾਰ ਨੂੰ ਉਦੋਂ ਹੀ ਕਿਉਂ ਟਿੱਪਣੀ ਦੇਣੀ ਯਾਦ ਆਉਂਦੀ ਹੈ ਜਦੋਂ ਉਹਦੇ ਮਾਪਿਓ ਨੂੰ ਸੜਕ ਤੇ ਆਣਾ ਪੈਂਦਾ ਹੈ, ਜਾਂ ਉਹਨਾਂ ਨੂੰ ਧਰਨਾ ਲਾਣਾ ਪੈਂਦਾ ਹੈ, ਜਾਂ ਉਹਨਾਂ ਨੂੰ ਗੁਹਾਰ ਲਾਣੀ ਪੈਂਦੀ ਹੈ ਆਪਣੇ ਪੁੱਤਰ। ਪਰਮਵੀਰ ਮੈਨੂੰ ਇਹ ਸਵਾਲ ਪਰਮਵੀਰ ਸੁਣ ਲਓ, ਮੈਨੂੰ ਇਹ ਸਵਾਲ ਇਸ ਕਰਕੇ ਪੁੱਛਣਾ ਪੈ ਰਿਹਾ ਕਿ ਜਦੋਂ ਸਰਕਾਰ ਇਹ ਕਹੇ ਕਿ ਓਪੋਜੀਸ਼ਨ ਸਾਰੀ ਪੋਲਿਟਿਕਸ ਕਰਦੀ ਪਈ ਤੇ ਉਹ ਕਹਿੰਦੇ ਮੁੱਦੇ ਦੀ ਗੰਭੀਰਤਾ ਦੇ ਉੱਤੇ ਤੁਸੀਂ ਸਿਆਸੀ ਰੋਟੀਆਂ ਸੇਕਦੇ ਪਏ ਸਾਰੇ, ਫਿਰ ਉਦੋਂ ਕੀ ਸਵਾਲ ਕਰਾਂ ਮੈਂ? ਪਰਮਵੀਰ ਸਿੰਘ ਦੇਖੋ ਕੇਪੀ ਜੀ, ਮੈਂ ਉਹੀ ਗੱਲ ਕਹਿ ਰਿਹਾ, ਜੇ ਸਰਕਾਰ ਇੰਨੀ ਸਿੰਸੀਅਰ ਹੈ ਤੇ ਉਹਨਾਂ ਦੇ ਮਾਪਿਓ ਨੂੰ ਕਿਉਂ ਆਣਾ ਪੈ ਰਿਹਾ? ਸਰਕਾਰ ਉਹਨਾਂ ਨੂੰ ਕਿਉਂ ਇਨਫੋਰਮ ਨਹੀਂ ਕਰਦੀ ਵੀ ਅਸੀਂ ਤੁਹਾਡੇ ਬੇਟੇ ਦੇ ਮਰਡਰ ਕੇਸ ਦੀ ਇਨਵੈਸਟੀਗੇਸ਼ਨ ਜਿੱਥੇ ਤੱਕ ਪਹੁੰਚ ਗਏ, ਇੱਥੇ ਤੱਕ ਪਹੁੰਚ ਗਿਆ? ਇਹਦੇ ਤੋਂ ਇਹਨਾਂ ਦੀ ਸਿੰਸੀਅਰਿਟੀ ਦਾ ਪਤਾ ਲੱਗਦਾ। ਔਰ ਦੇਖੋ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਗੱਲ ਅਸੀਂ ਕਰੀ ਜਾ ਰਹੇ ਆ, ਦੇਖੋ ਕੋਆਰਡੀਨੇਸ਼ਨ ਤਾਂ ਪਹਿਲਾਂ ਹੀ ਹੈ। ਜਿਹੜੇ ਮੇਨ ਅਕਿਊਜ਼ ਸੀ ਜਿਨ੍ਹਾਂ ਦਾ ਸਕੈਚ ਸੀ ਉਹ ਦਿੱਲੀ ਪੁਲਿਸ ਨੇ ਕੀਤਾ, ਕੋਈ ਪੁਣੇ 'ਚ ਅਰੈਸਟ ਹੋਏ, ਕੋਈ ਗੁਜਰਾਤ ਦੇ ਮੁੰਦਰਾ 에ਅਰਪੋਰਟ ਤੇ ਅਰੈਸਟ ਹੋਏ, ਦੇਖੋ ਕੋਆਰਡੀਨੇਸ਼ਨ ਤਾਂ ਪਹਿਲਾਂ ਹੀ ਹੈ। ਪਰ ਜੇ ਉਹ ਕੋਆਰਡੀਨੇਸ਼ਨ ਹੈਗਾ ਤੇ ਸਰਕਾਰ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਉਹ ਜਿਹੜੇ ਆਪਣੇ ਇਨਪੁਟਸ ਨੇ, ਔਰ ਕਿਤੇ ਨਾ ਕਿਤੇ ਦੇਖੋ ਸੈਂਟਰਲ ਗਵਰਨਮੈਂਟ ਹੈ, ਸੈਂਟਰਲ ਗਵਰਨਮੈਂਟ ਜੇ ਪਰਮਵੀਰ ਆਪਦੀ ਸਟੇਟਮੈਂਟ ਇੱਕ ਵਾਰ ਫਿਰ ਦੁਹਰਾ ਦਿਓ, ਤਾਂ ਲੱਗਦਾ ਕਿ ਕੋਆਰਡੀਨੇਸ਼ਨ ਹੈ? ਆਰ ਯੂ ਸ਼ੋਰ? ਦੇਖੋ ਜੀ, ਜੇ ਪਹਿਲਾਂ ਸਕੈਚ ਰਿਲੀਜ਼ ਕੀਤਾ ਗਿਆ ਦਿੱਲੀ ਵੱਲੋਂ ਕੀਤਾ ਗਿਆ, ਅਰੈਸਟ ਕੀਤੇ ਗਏ ਦਿੱਲੀ ਵੱਲੋਂ ਕੀਤੇ ਗਏ, ਔਰ ਉਹਨਾਂ ਨੂੰ ਲੈ ਕੇ ਕੌਣ ਆਇਆ? ਪੰਜਾਬ। ਪਰਮਵੀਰ ਕੋਆਰਡੀਨੇਸ਼ਨ ਤੇ ਕ੍ਰੈਡਿਟ ਵਾਰ ਵਿੱਚ ਬਹੁਤ ਫਰਕ ਹੁੰਦਾ ਪਰਮਵੀਰ ਸਿੰਘ। ਮੈਂ ਕ੍ਰੈਡਿਟ ਵਾਰ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤਾਂ ਪੋਲਿਟਿਕਸ ਦੀ ਗੱਲ ਹੀ ਨਹੀਂ ਕਰ ਰਿਹਾ। ਅਗਰ ਮੈਂ ਸਰ ਪੋਲਿਟਿਕਸ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਜਾਂਚ ਏਜੰਸੀਆਂ ਦੀ ਵੀ ਗੱਲ ਕਰਦਾ ਪਿਆ ਜਿਨ੍ਹਾਂ ਵਿੱਚ ਕ੍ਰੈਡਿਟ ਵਾਰ ਹੈ। ਮੈਂ ਉਹੀ ਕਹਿ ਰਿਹਾ, ਜੇ ਕ੍ਰੈਡਿਟ ਵਾਰ ਦੀ ਗੱਲ ਹੁੰਦੀ ਤਾਂ ਮੈਂ ਇਸ ਗੱਲ ਨੂੰ ਏਦਾਂ ਕਹਿੰਦਾ ਵੀ ਜੀ ਕ੍ਰੈਡਿਟ ਵਾਰ ਚੱਲ ਰਿਹਾ। ਮੈਂ ਤਾਂ ਇਹ ਕਹਿ ਰਿਹਾ ਵੀ ਕੋਆਰਡੀਨੇਸ਼ਨ ਬਣਾਉਣਾ ਕਿਨੇ ਹੈ? ਚਲੋ ਠੀਕ, ਸ਼ਸ਼ੀਕਾਂਤ ਜੀ ਠੀਕ, ਸਿੱਧੂ ਮੂਸੇਵਾਲ ਦੇ ਮਾਪਿਓ ਨੇ ਕੋਆਰਡੀਨੇਸ਼ਨ ਨਹੀਂ ਬਣਾਉਣਾ, ਉਹ ਸਰਕਾਰਾਂ ਨੇ ਬਣਾਉਣਾ। ਠੀਕ ਹੈ ਸ਼ਸ਼ੀਕਾਂਤ ਜੀ, ਇਹ ਤਾਂ ਕਹਿ ਰਹੇ ਕੋਆਰਡੀਨੇਸ਼ਨ ਤਾਂ ਹੈ, ਆਲਰੇਡੀ ਚੱਲ ਰਹੀ ਹੈ। ਸ਼ਸ਼ੀਕਾਂਤ ਜੀ ਜੇ ਹੈਗਾ ਤਾਂ ਜੇ ਕੋਆਰਡੀਨੇਸ਼ਨ ਹੈਗਾ ਤਾਂ ਹੋਰ ਵਧਾ ਲਿਓ। ਮੈਂ ਤਾਂ ਸਰ ਇਹੀ ਸਮਝਣਾ ਚਾਹ ਰਿਹਾ ਨਾ, ਕਿਉਂਕਿ ਮੈਂ ਸ਼ਸ਼ੀਕਾਂਤ ਜੀ ਮੈਂ ਤਾਂ ਇਹ ਪੁੱਛਣਾ ਚਾਹ ਰਿਹਾ ਕ੍ਰੈਡਿਟ ਵਾਰ ਚੱਲਦੀ ਪਈ ਜਾਂ ਕੋਆਰਡੀਨੇਸ਼ਨ ਚੱਲਦੀ ਪਈ? ਮੈਂ ਤਾਂ ਸਿੱਧਾ ਜਾਂਚ ਏਜੰਸੀਆਂ ਵਾਲਾ ਸਵਾਲ ਤੁਹਾਡੇ ਤੇ ਰੱਖਿਆ। that was basically credit war 100%। ਕ੍ਰੈਡਿਟ ਵਾਰ ਤੇ ਕੋਆਰਡੀਨੇਸ਼ਨ ਦੇ ਵਿੱਚ ਫਰਕ ਹੁੰਦਾ ਹੈਗਾ। ਉਸ ਵੇਲੇ ਚੱਲ ਰਹੀ ਸੀ ਕ੍ਰੈਡਿਟ ਵਾਰ, ਹੁਣ ਮੈਂ ਗੱਲ ਕਰ ਰਿਹਾ ਪ੍ਰੋਪਰ ਕੋਆਰਡੀਨੇਸ਼ਨ ਦੀ, ਜਿਹਦੇ ਵਿੱਚ ਨੈਚੁਰਲੀ ਦੇ ਆਲਸੋ ਹੈਵ ਟੂ ਇਨਵੋਲਵ ਮਿਨਿਸਟਰੀ ਆਫ ਹੋਮ ਅਫੇਅਰਸ, ਉਹਦੇ ਰਾਹੀਂ ਕੋਆਰਡੀਨੇਸ਼ਨ ਹੋਏਗਾ ਤਾਂ ਕਿ ਕ੍ਰੈਡਿਟ ਵਾਰ ਨਾ ਚਲੇ, ਕੋਆਰਡੀਨੇਸ਼ਨ ਹੋਏ ਚਾਹੀਦਾ ਸਿਸਟਮੈਟਿਕਲੀ। ਥੈਂਕ ਯੂ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਵਾਂਗਾ। ਮੂਸੇਵਾਲੇ ਦੇ ਮਾਪਿਆਂ ਦੀ ਕੌਣ ਸੁਣ ਰਿਹਾ? ਸਾਡਾ ਸਵਾਲ ਇਹੀ ਹੈ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਜਾਂਚ ਏਜੰਸੀਆਂ ਤੇ ਸਿਆਸਤ ਨੇ ਹੁਣ ਤੱਕ ਕੀ ਕੀਤਾ? ਅਹਿਬਾਬ ਸਿੰਘ ਗਰੇਵਾਲ, ਇਹ ਬੜਾ ਸੌਖਾ ਹੁੰਦਾ, ਤੁਸੀਂ ਕਹਿ ਦਿਓ ਆਪੋਜੀਸ਼ਨ ਪੋਲਿਟਿਕਸ ਕਰਦੀ ਪਈ ਹੈ, ਪਰ ਜੇ ਕੋਈ ਪਰਿਵਾਰ ਇਨਸਾਫ ਮੰਗਦਾ ਪਿਆ ਉਹਦੇ ਨਾਲ ਕੋਈ ਤਾਂ ਖੜੂਗਾ ਨਾ ਗਰੇਵਾਲ ਸਾਹਿਬ। ਕੇਪੀ ਜੀ, ਉਸ ਪਰਿਵਾਰ ਨਾਲ ਪੰਜਾਬ ਦੇ ਲੋਕ, ਪੰਜਾਬ ਦੀ ਸਰਕਾਰ, ਮਾਨ ਸਾਹਿਬ ਦੀ ਸਰਕਾਰ ਹਮੇਸ਼ਾ ਖੜੀ ਹੈ। ਜੋ ਕੁਝ ਕੀਤਾ ਜਾ ਸਕਦਾ ਸੀ ਉਹ ਕੀਤਾ ਜਾ ਰਿਹਾ ਹੈ। ਕਈ ਚੀਜ਼ਾਂ ਪਬਲਿਕ ਨਹੀਂ ਕੀਤੀਆਂ ਜਾਂਦੀਆਂ, ਬਟ ਇਹ ਮੈਂ ਆਸ਼ਵਾਸਨ ਦਿੰਦਾ ਕਿ ਜੋ ਵੀ ਕੋਈ ਤੇ ਦੀ ਇਨਵੋਲਵਮੈਂਟ ਹੋਊਗੀ ਅਸੀਂ ਐਡੀ ਚੋਟੀ ਦਾ ਜ਼ੋਰ ਲਾ। ਗਰੇਵਾਲ ਸਾਹਿਬ ਮੈਂ ਬਹੁਤ ਸਿੱਧਾ ਸਵਾਲ ਕਰਦਾ ਨਾ ਗਰੇਵਾਲ ਸਾਹਿਬ, ਜੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋ ਫਿਰ ਵਿਧਾਨ ਸਭਾ ਦੇ ਬਾਹਰ ਪਰਿਵਾਰ ਕਿਉਂ ਪਹੁੰਚਦਾ ਸਰ? ਗਰੇਵਾਲ ਸਾਹਿਬ
ਦੇਖੋ ਸਰ ਜਿਹੜੇ ਵੀ ਬੱਚੇ ਦਾ ਦੇਖੋ ਕੇਪੀ ਜੀ, ਇੱਥੇ ਮੈਂ ਥੋੜਾ ਜਿਹਾ ਇਸ ਕੇਸ ਤੋਂ ਹਟੂੰਗਾ। ਕਿਸੇ ਦੇ ਪੁੱਤ ਨੂੰ ਮਾਰਿਆ ਗਿਆ ਇੱਕ ਪੋਲੀਟੀਕਲ ਫੈਸਲੇ ਨੂੰ ਇਨਫਲੂਐਂਸ ਕਰਨ। ਸੰਗਰੂਰ ਬਾਈ ਇਲੈਕਸ਼ਨ ਲਈ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਜਿਵੇਂ ਜਿਹਨੂੰ ਇਨਵੋਲਵ ਕਰ ਲਈਏ, ਮੋਟਾ ਇੱਕ ਪੋਲੀਟੀਕਲ ਐਂਗਲ ਇਹ ਸੀ। ਜਿਹਦਾ ਪੁੱਤ ਮਰਿਆ ਨੂੰ ਤਕਲੀਫ ਹੁੰਦੀ ਹੈ। ਮਾਨ ਸਾਹਿਬ 20 ਤਰੀਕ ਤੋਂ ਬਾਅਦ ਮਿਲਣਗੇ। ਮੈਂ ਆਸ਼ਵਾਸਨ ਦਿੰਦਾ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਕਿ ਬਲਕੌਰ ਸਿੰਘ ਜੀ, ਮਾਤਾ ਜੀ ਫਿਕਰ ਨਾ ਕਰੋ, ਜੀ ਜਾਨ ਲੱਗੂਗੀ, ਤੁਹਾਡੇ ਬੱਚੇ ਨੂੰ ਇਨਸਾਫ ਮਿਲੂਗਾ। ਅਸੀਂ ਆਪਣੀਆਂ ਕੇਂਦਰੀ ਏਜੰਸੀਆਂ ਨੂੰ ਈਸਟ ਇੰਡੀਆ ਕੰਪਨੀ ਦੀਆਂ ਏਜੰਸੀਆਂ ਨਹੀਂ ਮੰਨਦੇ, ਸਾਡੇ ਦੇਸ਼ ਦੀਆਂ ਏਜੰਸੀਆਂ ਨੇ। ਅਸੀਂ ਉਹਨਾਂ ਨਾਲ ਕੋਆਰਡੀਨੇਟ ਵੀ ਕਰਾਂਗੇ ਤੇ ਜਿੱਤ ਜਾਨ ਲਾ ਦਾਂਗੇ ਕਿ ਤੁਹਾਡੇ ਬੱਚੇ ਨੂੰ ਇਨਸਾਫ ਮਿਲੇ ਤੇ ਪੰਜਾਬ ਦੇ ਵਿੱਚੋਂ ਆ ਕੋਡ ਵਨਸ ਐਂਡ ਫॉर ਆਲ ਖਤਮ। ਗਰੇਵਾਲ ਸਾਹਿਬ ਕੀ ਤੁਸੀਂ ਇਸ ਗੱਲ ਨੂੰ ਅਸ਼ੋਰ ਕਰ ਸਕਦੇ ਹੋ ਕਿ ਜਦੋਂ ਮੁੱਖ ਮੰਤਰੀ ਨਾਲ ਉਹਨਾਂ ਦੇ ਪਰਿਵਾਰ ਦੀ ਮੁਲਾਕਾਤ ਹੋ ਜਾਊਗੀ ਕਿ ਉਹ ਸੀਬੀਆਈ ਜਾਂਚ ਦੀ ਮੰਗ ਦੀ ਡਿਮਾਂਡ ਛੱਡ ਦੇਣਗੇ ਵੀ ਅਸੀਂ ਮੰਗ ਨਹੀਂ ਕਰਦੇ ਸੀਬੀਆਈ ਜਾਂਚ ਦੀ? ਤੁਹਾਨੂੰ ਲੱਗਦਾ ਗਰੇਵਾਲ ਸਾਹਿਬ ਜਦੋਂ ਉਹਨਾਂ ਨੂੰ ਮਿਲ ਕੇ ਪਤਾ ਲੱਗੂਗਾ ਕਿ ਮਾਨ ਸਾਹਿਬ ਉਨਾ ਹੀ ਸਿੰਸੀਅਰ ਨੇ, ਉਨਾ ਹੀ ਇਨਸਾਫ ਚਾਹੁੰਦੇ ਜਿੰਨਾ ਉਹ ਚਾਹੁੰਦੇ ਆ, ਆਈ ਐਮ ਸ਼ੋਰ ਉਹ ਆਪਣਾ ਮਾਈਂਡ। ਚਲੋ ਅੱਜ ਵੀ ਮੈਨੂੰ ਲੱਗਦਾ ਮੰਤਰੀ ਸਾਹਿਬ ਇਹੀ ਸੁਨੇਹਾ ਲੈ ਕੇ ਗਏ ਹੋਣੇ ਉਹਨਾਂ ਕੋਲ ਸ਼ਾਇਦ। ਦੀਵਾਨ ਜੀ ਹਾਂ ਬੋਲੋ, ਫਟਾਫਟ ਬੋਲਿਓ ਪਲੀਜ਼। ਦੇਖੋ ਇਸ ਤਰ੍ਹਾਂ ਕਿ ਮੈਨੂੰ ਇਹ ਦੱਸੋ ਕੇਪੀ ਜੀ ਕਿ ਇੱਥੇ ਕੋਆਰਡੀਨੇਸ਼ਨ ਦੀ ਕੀ ਜ਼ਰੂਰਤ ਹੈ? ਦੇਖੋ ਅੱਜ ਉਹਨਾਂ ਦੀ ਜਿਹੜੀ ਮੰਗ ਸੀ ਮੂਸੇਵਾਲਾ ਪਰਿਵਾਰ ਦੀ ਮੁੱਖ ਮੰਗ ਉਹ ਇਹ ਸੀ ਕਿ ਵੀ ਜਿਸ ਵਿਅਕਤੀ ਨੇ ਸਿਕਿਉਰਿਟੀ ਲੀਕ ਕੀਤੀ ਉਹਨਾਂ ਤੇ ਕਾਰਵਾਈ ਕੀਤੀ ਜਾਏ। ਉਹ ਭਾਈ ਜੇ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਈਸਟ ਇੰਡੀਆ ਕੰਪਨੀ ਨਹੀਂ ਹੈ ਤੇ ਫਿਰ ਉਹਨਾਂ ਤੇ ਕਾਰਵਾਈ ਕਰੋ। ਜਿਸ ਵਿਅਕਤੀ ਨੇ ਸਿਕਿਉਰਿਟੀ ਲੀਕ ਕੀਤੀ ਕਿਉਂ ਨਹੀਂ ਕਰ ਰਹੀ ਪੰਜਾਬ ਪੁਲਿਸ? ਇਸ ਚੀਜ਼ ਦਾ ਜਵਾਬ ਨਹੀਂ ਦੇ ਰਿਹਾ ਗਰੇਵਾਲ ਜੀ। ਬੋਲੋ ਗਰੇਵਾਲ ਸਾਹਿਬ, ਬੋਲੋ। ਮੈਂ ਬਾਰ-ਬਾਰ ਤੁਹਾਡੇ ਚੈਨਲ ਤੇ ਕਹਿ ਚੁੱਕਾ ਕਿ ਬਹੁਤ ਮੰਦਭਾਗਾ ਹੋਇਆ ਜਿਹੜੀ ਨਾਮ ਇਹਦਾ ਲੀਕ ਕੀਤਾ ਗਿਆ। ਮੈਂ ਬਾਰ-ਬਾਰ ਕਹਿ ਚੁੱਕਾ, ਪਰ ਮੈਂ ਛੋਟੀ ਜਿਹੀ ਹਿਸਟਰੀ ਵੀ ਤੁਹਾਡੇ ਨਾਲ ਪਹਿਲਾਂ ਦੱਸੀ ਸੀ ਕਿ ਇਸ ਤੋਂ ਪਹਿਲਾਂ ਆਲਮੋਸਟ 38 ਵਾਰੀ ਹੋ ਚੁੱਕਾ ਹੈ। ਟੂ ਰੌਂਗਸ ਡੋਂਟ ਮੇਕ ਰਾਈਟ। ਇਹ ਗਲਤ ਸੀਗਾ, ਬਟ ਇਹ ਕਹਿ ਦੇਣਾ ਕਿ ਨਾਮ ਲੀਕ ਹੋ ਗਿਆ ਤੇ ਕਨਸਪੀਰੇਸੀ ਦੇ ਵਿੱਚ ਸ਼ਾਮਿਲ ਸੀ, ਦੈਟ ਇਜ਼ ਗੋਇੰਗ ਓਵਰ ਦ ਟਾਪ। ਹਾਂ, ਮੰਦਭਾਗਾ ਸੀ, ਬੁਰਾ ਸੀ, ਪਰ 38 ਵਾਰੀ ਪਹਿਲਾਂ ਵੀ ਹੋਇਆ ਦੀਵਾਨ ਸਾਹਿਬ, ਅਕਾਲੀ ਕਾਂਗਰਸ ਦੋਹੇ ਸਰਕਾਰਾਂ ਵੇਲੇ ਹੋਇਆ। ਦੇਖੋ ਜੀ ਗਰੇਵਾਲ ਸਾਹਿਬ ਗਲਤ ਫੈਕਟ ਕਹਿ ਰਹੇ ਆ। ਅੱਜ ਤੋਂ ਪਹਿਲਾਂ ਕਦੀ ਵੀ ਸਿਕਿਉਰਿਟੀ ਜਿਹੜੀ ਇਨਫੋਰਮੇਸ਼ਨ ਹੈ ਕਦੀ ਮੀਡੀਆ ਪਲੇਟਫਾਰਮ ਤੇ ਜਾਂ ਫੇਸਬੁੱਕ ਤੇ ਲੀਕ ਨਹੀਂ ਕੀਤੀ ਗਈ। ਔਰ ਇਹ ਜਿਹੜੀ ਇਹਦੀ ਲੈਟਰ ਵੀ ਹੈ ਬਿਲਕੁਲ ਹਾਈ ਕੋਰਟ ਤੱਕ ਨੇ ਕਿਹਾ, ਸਰ ਆਰਡਰ ਮੇਰੇ ਕੋਲ ਪਿਆ ਗਰੇਵਾਲ ਸਾਹਿਬ, ਉਹਦੇ ਵਿੱਚ ਕੋਰਟ ਨੇ ਕਿਹਾ ਇਟ ਵਾਸ ਦਾ ਫਰਸਟ ਟਾਈਮ ਵੀ ਜਿਹੜੀ ਇਹ ਜੀ ਸੀਕ੍ਰੀਟ ਇਨਫੋਰਮੇਸ਼ਨ ਦੈਟ ਵਾਸ ਪੁੱਟ ਔਨ ਅ ਪਬਲਿਕ ਪਲੇਟਫਾਰਮ ਔਰ ਮੀਡੀਆ ਦੇ ਉੱਪਰ ਨਾ ਸਿਰਫ ਇੱਕ ਵਾਹਵਾਹੀ ਕੱਟਣ ਲਈ ਲੀਕ ਕੀਤੇਗੀ। ਔਰ ਜਿਹਦਾ ਰਿਜ਼ਲਟ ਕੀ ਨਿਕਲਿਆ ਵੀ 3 ਦਿਨਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਜਿਹੜਾ ਚੜ੍ਹਦਾ ਸੂਰਜ ਸੀ ਪੰਜਾਬ ਦਾ 뮤직 ਇੰਡਸਟਰੀ ਦਾ ਨਾਮ ਰੋਸ਼ਨ ਕਰ ਰਿਹਾ ਸੀ ਉਹ ਖੋਣਾ ਪਿਆ। ਤਾਂ ਅਸੀਂ ਇਹ ਗੱਲ ਨਾ ਕਹੀਏ ਕਿ ਪਹਿਲਾਂ ਹੁੰਦਾ ਰਿਹਾ। ਸ਼ਸ਼ੀਕਾਂਤ ਜੀ ਇੱਕ ਮਿੰਟ ਗਰੇਵਾਲ ਸਾਹਿਬ ਇੱਕ ਮਿੰਟ। ਸ਼ਸ਼ੀਕਾਂਤ ਜੀ, ਸਿਕਿਉਰਿਟੀ ਲੀਕ ਹੋਣਾ ਜਾਂ ਸਿਕਿਉਰਿਟੀ ਲੀਕ ਕਰਨਾ ਇਹ ਕਨਸਪੀਰੇਸੀ ਦਾ ਹਿੱਸਾ ਮੰਨਿਆ ਜਾ ਸਕਦਾ ਹੈ? ਸ਼ਸ਼ੀਕਾਂਤ ਜੀ that depends circumstances, yes, कि circumstances की सर investigation होएगा कि सारे दिन कल आ रही है और ਸਮਝਦੇ ਕਿ ਮੈਂਸਟਰੀਅਲੀ ਇੰਟੈਂਟ ਕੀ ਸੀ। ਇਫ देयर वाज एन इंटेंट ਕਿ ਇਹਦੇ ਨਾਲ ਇਸ ਤਰ੍ਹਾਂ ਹੋ ਜਾਏ ਤਾਂ ਸਰਟਨਲੀ ਬਹੁਤ ਵੱਡਾ ਆਫੈਂਸ ਸੀ ਜਿਹਦੇ ਲਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਮੈਂਸਟਰੀਆ ਇੰਟੈਂਟ ਇਜ਼ ਦਾ ਓਨਲੀ ਫੈਕਟਰ ਜਿਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਕਿ ਕੀ ਮੈਂਸਟਰੀਆ ਸੀ, ਕੀ ਮਤਲਬ ਸੀ, ਕਿਸ ਤਰ੍ਹਾਂ ਕੀ ਕੁਝ ਹੋਇਆ। ਥੈਂਕ ਯੂ। ਇਹ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਕੀ ਇਸ ਮਾਮਲੇ ਦੇ ਵਿੱਚ ਆਪਸ ਵਿੱਚ ਕੋਆਰਡੀਨੇਸ਼ਨ ਹੈ? ਸ਼ਸ਼ੀਕਾਂਤ ਜੀ, ਤੁਸੀਂ ਕੋਆਰਡੀਨੇਸ਼ਨ ਦੀ ਵਾਰ-ਵਾਰ ਗੱਲ ਕਰਦੇ ਪਏ ਹੋ। अब मैं दसिया जिस तरह बेनती की थी अजे तक तो सिंपली क्रेडिट वॉर चल रही थी। कोऑर्डिनेशन का मतलब हैगा जिस तरह पिछले दिनों जो गैंगस्टर्स हैगे ने उन्हां दे उत्ते एक NIA दे राही पूरा अटैक होया सी, वक-वक थावां ते होया सी। दैट आई विल कॉल कोऑर्डिनेशन, वरना पहले इट वाज ओनली क्रेडिट वॉर। जे इस चीज ਨੂੰ करना चाहते हैगे ने ते नेचुरली पंजाब गवर्नमेंट पंजाब पुलिस ਨੂੰ मिनिस्ट्री ਹੋਮ ਅਫੇਅਰਸ ਨੂੰ ਕਨਫਰਮ ਹੈਗੀ ਹੈ ਜਾਂ ਅਨਕਨਫਰਮ ਹੈਗੀ ਹੈ ਕਿ ਜਿਹੜੇ ਬੰਦੇ ਇਹਨਾਂ ਦੇ ਹੈਗੇ ਨੇ ਸਾਥੀ ਇਸ ਸਥਾਨ ਤੇ ਬੈਠੇ ਹੈਗੇ ਨੇ ਐਂਡ ਦੇ ਰਿਕੁਆਇਰਡ ਸਪੋਰਟ ਐਂਡ ਹੈਲਪ ਆਫ ਅਦਰ ਸਟੇਟ ਪੁਲਿਸ ਫੋਰਸਸ। ਦੈਟ ਇਜ਼ ਦ ਵੇ ਸਰ। ਥੈਂਕ ਯੂ। ਦੀਵਾਨ ਜੀ ਸ਼ਸ਼ੀਕਾਂਤ ਹਰੀ ਇੱਕੋ ਗੱਲ ਵਾਰ-ਵਾਰ ਕਹਿ ਰਹੇ ਹੈ ਕਿ ਕ੍ਰੈਡਿਟ ਵਾਰ ਤੋਂ ਉੱਪਰ ਉੱਠ ਕੇ ਕੋਆਰਡੀਨੇਸ਼ਨ ਦੀ ਗੱਲ ਹੋਣੀ ਚਾਹੀਦੀ ਹੈ। ਦੀਵਾਨ ਜੀ ਤੁਹਾਡਾ ਟੇਕ। ਨਹੀਂ ਐਸਾ ਨਹੀਂ ਹੈ ਜੀ। ਦੇਖੋ ਇਹ ਦੱਸੋ ਕਿ ਦਿੱਲੀ ਪੁਲਿਸ ਨੇ ਵੀ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ, ਜਿਹੜੇ ਮੁਜਰਮਾਂ ਨੂੰ ਅਰੈਸਟ ਕੀਤਾ,
ਉਹ ਬੜੀ ਗੰਭੀਰਤਾ ਦੇ ਨਾਲ ਕਾਰਵਾਈ ਕੀਤੀ ਗਈ। ਉਹਨਾਂ ਨੇ ਕਦੇ ਕੋਈ ਇਹ ਨਹੀਂ ਕਿਹਾ ਕਿ ਵੱਡੀਆਂ ਖਬਰਾਂ ਲਵਾ ਕੇ, ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਉੱਥੇ ਗੁਜਰਾਤ ਬੈਠੇ ਸੀ ਤੇ ਫਟਾਫਟ ਪ੍ਰੈਸ ਕਾਨਫਰੰਸ ਬੁਲਾ ਕੇ ਜੀ ਦੀਵਾਨ ਜੀ ਕਿੰਨੇ ਨਹੀਂ ਪ੍ਰੈਸ ਕਾਨਫਰੰਸ ਕੀਤੀਆਂ, ਕਿੰਨੇ ਨਹੀਂ ਕੀਤੀਆਂ ਸਰ, ਕਿੰਨੇ ਨਹੀਂ ਕੀਤੀਆਂ ਸਰ? ਕੋ ਕ੍ਰੈਡਿਟ ਵਾਰ ਤਾਂ ਪੋਲੀਟੀਕਲੀ ਹੁੰਦੀ ਹੈ ਨਾ सर। कली पोलिटिकल नहीं होंगी दीवान जी कली पोलिटिकल नहीं होंगी। साबका डीजीपी बैठे हैं जिन्होंने हर एजेंसी में काम किया है, मैं उन्होंने तो ये सवाल लै चुके हैं। केपी जी मैनू गल पूरी हो ला बोलो सर बोलो। गल है देखो जे दिल्ली पुलिस ने कोई मुलजिमां नूं फड़िया ते वो दिल्ली पुलिस ने प्रेस कॉन्फ्रेंस की थी, कोई पोलिटिकल कॉन्फ्रेंस नहीं हुई। लेकिन गोल्डी बराड़ दे मामले सर हुण तिकर सारियां जांच एजेंसियां तो बाद एक पॉलिटिक्स स्टेटमेंट दिंदी है कि वो तो दिल्ली पुलिस ने फड़िया जी, पंजाब पुलिस ने की कीता जी, वो सर क्रेडिट वार नहीं है सर। जो नहीं वो जदों मैं तुहाडी गल मंनदा दीवान जी, जो क्रेडिट वार विच नहीं हैगी एजेंसी से तुसीं पोलिटिकल लोकां ने सारिਆਂ ने क्रेडिट वार बनाती हो। भाई मेरी गल पूरी हो लांदे हो। गोल्डी बराड़ दे मामले च मेरा कहना है कि डीजीपी साहब नूं प्रेस कॉन्फ्रेंस करनी चाहिए सी, ना कि भगवंत मान जी नूं करनी चाहिए सी। चलो अहबाब सिंह गरेवाल, ਇਹ ਗੋਲਡੀ ਬਰਾੜ ਵਾਲਾ ਮਾਮਲਾ ਕਲੀਅਰ ਕਰ ਸਕਦੇ ਹੋ ਤੁਸੀਂ? ਸਰ ਅਸੀਂ ਵੀ ਸਟੈਂਡ ਬਾय ਵਾਟ ਮਾਨ ਸਾਹਿਬ ਸੈਡ। ਬੜੀ ਮੰਦਭਾਗੀ ਗੱਲ ਹੈ ਕਿ ਪੋਲਿਟਿਕਸ ਦੇ ਚੱਲਦੇ ਹੋਏ ਬੀਜੇਪੀ ਤੇ ਕੇਂਦਰ ਸਰਕਾਰ ਸਟੇਟਮੈਂਟ ਨਹੀਂ ਦੇਗੀ। ਸ਼ਾਇਦ ਦੇ ਵਾਂਟ ਟੂ ਕਲੀਅਰ ਦੀ ਹੈ, ਸ਼ਾਇਦ ਦੇ ਵਾਂਟ। ਸਾਡੀ ਜੋ ਜਾਣਕਾਰੀ ਹੈ ਬਿਲਕੁਲ ਸਟੀਕ ਜਾਣਕਾਰੀ ਹੈ, ਜਿਹੜੇ ਵਿੱਚ ਉਸ ਤੋਂ ਬਾਅਦ ਉਹਨੇ ਕੋਈ गरेवाल साहब ਤੁਹਾਡੀ ਜਾਣਕਾਰੀ ਜੇ ਸਟੀਕ ਹੈ, ਦਰੁਸਤ ਹੈ ਸਰ, ਉਹਨੂੰ ਜਸਟੀਫਾਈ ਕੌਣ ਕਰੂਗਾ ਸਰ? ਮੋਹਰ ਕੌਣ ਲਾਊਗਾ ਉਸ ਗੱਲ ਤੇ? ਉਹ ਸਾਡੀਆਂ ਕੇਂਦਰੀ ਏਜੰਸੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਕੇਂਦਰੀ ਏਜੰਸੀਆਂ ਮੰਨਦੇ ਹਾਂ, ਜਿਨ੍ਹਾਂ ਨੂੰ ਅਸੀਂ ਕਿਉਂਕਿ ਉਹੀ ਤਾਂ ਸ਼ਸ਼ੀਕਾਂਤ ਜੀ ਕਹਿ ਰਹੇ ਆ, ਕੋਆਰਡੀਨੇਸ਼ਨ ਕਰ ਲਓ ਨਾ, ਪ੍ਰੋਪਰ ਕੋਆਰਡੀਨੇਸ਼ਨ ਕਰੋ, ਉਹੀ ਤਾਂ ਉਹ ਕਹਿ ਰਹੇ ਆ। ਪੂਰੀ ਕੋਆਰਡੀਨੇਸ਼ਨ ਹੈ। ਤੇ ਮੈਂ ਪਹਿਲਾਂ ਕਿਹਾ ਕਿ ਜੋ ਸ਼ਸ਼ੀਕਾंत ਸਰ ਨੇ ਕਿਹਾ, ਆਈ ਪ੍ਰੋਮਿਸ ਯੂ ਜਿੰਨੇ ਲਾਇਕ ਹੈ ਸੁਜੈਸ਼ਨ ਜ਼ਰੂਰ ਦਊਂਗਾ, ਆਈ ਅਸ਼ੋਰ ਯੂ। ਪਰ ਮੇਰੀ ਜਾਣਕਾਰੀ ਮੁਤਾਬਕ ਕੋਆਰਡੀਨੇਸ਼ਨ ਪੂਰੀ। ਚਲੋ ਇੱਕ ਆਖਰੀ ਸਵਾਲ ਨਹੀਂਗਾ, ਸਿੱਧੂ ਮੂਸੇਵਾਲੇ ਦੇ ਮਾਪੇ ਇਸ ਵਕਤ ਸੁਣਦੇ ਪਏ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਹੱਥ ਬੰਨ ਕੇ ਇੱਕ ਬੇਨਤੀ, ਤੁਹਾਡੇ ਪੁੱਤ ਨੂੰ ਸਾਰਾ ਪੰਜਾਬ ਇਨਸਾਫ ਦਿਵਾਉਣਾ ਚਾਹੁੰਦਾ। ਸਾਡਾ ਵੀ ਬੱਚਾ ਸੀ ਐਂਡ ਵਾਅਦਾ ਕਰਦੇ ਆ ਕਿ ਇਹ ਇਨਸਾਫ ਹੋਊਗਾ ਤਾਂ ਤੁਹਾਨੂੰ ਨਜ਼ਰ ਆਊ। ਚਲੋ ਬਹੁਤ ਧੰਨਵਾਦ ਸ਼ਸ਼ੀਕਾਂਤ ਜੀ ਤੁਹਾਡਾ। ਅਹਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ। ਅਰਸ਼ਪ੍ਰੀਤ ਸਿੰਘ ਖੜਿਆਲ ਆਖਰੀ ਸੈਗਮੈਂਟ ਵਿੱਚ ਨਹੀਂ ਸੀ ਖੜਿਆ, ਸੋ ਤੁਹਾਡਾ ਬਹੁਤ ਧੰਨਵਾਦ। ਪਰਮਵੀਰ ਸਿੰਘ ਤੁਹਾਡਾ ਬਹੁਤ ਧੰਨਵਾਦ। ਦੀਵਾਨ ਤਰੋੜਾ ਤੁਹਾਡਾ ਬਹੁਤ ਧੰਨਵਾਦ। ਮੂਸੇਵਾਲੇ ਦੇ ਮਾਪਿਆਂ ਦੀ ਕੌਣ ਸੁਣ ਰਿਹਾ, ਇਹ ਡਿਬੇਟ ਤੁਸੀਂ ਸੁਣ ਲਿਓ, ਤੁਹਾਨੂੰ ਪਤਾ ਲੱਗ ਜੂ ਕੌਣ ਸੁਣ ਰਿਹਾ ਤੇ ਕੌਣ ਇਸ ਤੇ ਸਿਆਸੀ ਰੋਟੀਆਂ ਸੇਕਦਾ ਪਿਆ। ਬਹੁਤ ਧੰਨਵਾਦ।